ਜੇ ਫੈਡਰਲ ਪੋਲਿਟਿਕਸ ਨੂੰ ਆਪਾਂ ਸਮਝਦੇ ਹਾਂ, ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਦੇਸ਼ ਦੀ ਕੌਮੀ ਰਾਜਨੀਤੀ ਤੇ ਸੂਬਿਆਂ ਦੀ ਰਾਜਨੀਤੀ 'ਚ ਫਰਕ ਹੈ। ਇਹੀ ਤਾਂ ਆਰਗੂਮੈਂਟ ਹੈ ਜਿਸ ਦੇ ਬੇਸ ਉੱਤੇ ਹੁਣ ਵਨ ਨੇਸ਼ਨ ਤੇ ਵਨ ਇਲੈਕਸ਼ਨ ਦੀ ਥਿਉਰੀ ਨੂੰ ਬੀਜੇਪੀ ਅੱਗੇ ਲੈ ਕੇ ਆਉਣਾ ਚਾਹ ਰਹੀ ਹੈ। ਠੀਕ ਹੈ, ਤੁਸੀਂ ਕੌਮੀ ਲੈਵਲ ਦੇ ਉੱਤੇ ਇਸ ਤਰੀਕੇ ਦੀ ਗੱਠਜੋੜ ਬਣਾ ਸਕਦੇ ਹੋ, ਉਹਦੇ ਵਿੱਚ ਕੋਈ ਗਲਤੀ ਨਹੀਂ ਹੈ, ਤੁਸੀਂ ਕਰੋ, ਲੇਕਿਨ ਤੁਸੀਂ ਉਸ ਡਿਸੀਜਨ ਨੂੰ ਆਪਣੀ ਸੂਬੇ ਦੀ ਇਕਾਈਆਂ ਤੇ ਕਿਉਂ ਥੋਪ ਰਹੇ ਹੋ? ਪੰਜਾਬ ਦੇ ਵਿੱਚ ਇਸ ਵਕਤ ਤੁਸੀਂ ਜ਼ਮੀਨੀ ਹਕੀਕਤ ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕਾਂਗਰਸ ਦੀ ਪਿਛਲੀ ਸਰਕਾਰ ਸੀ ਤੇ ਕਾਂਗਰਸ ਦੇ ਮੰਤਰੀਆਂ ਦੇ ਖਿਲਾਫ ਕਰਪਸ਼ਨ ਦੇ ਕੇਸਿਸ ਰਜਿਸਟਰ ਹੋ ਚੁੱਕੇ ਨੇ ਤੇ ਤਕਰੀਬਨ 4 ਤੋਂ 5 ਮਿਨਿਸਟਰ ਨਾ ਸਿਰਫ ਅਪਰਾਧਿਕ ਮਾਮਲੇ ਚੱਲਦੇ ਪਏ ਨੇ ਬਲਕਿ ਉਹ ਜੇਲ੍ਹਾਂ ਤੱਕ ਜਾ ਚੁੱਕੇ ਨੇ। ਇਹ ਤਾਂ ਆਈ ਵੁੱਡ ਸੀ ਥੀਸ ਆਰ ਅ ਬੰਚ ਆਫ ਫਰਸਟ੍ਰੇਟਿਡ ਪੋਲੀਟੀਸ਼ੀਅਨਸ, ਜਿਹੜਾ ਤੁਸੀਂ ਜਿਸ ਨੂੰ ਆਪਾਂ ਇੰਡੀਆ ਅਲਾਇੰਸ ਕਹਿੰਦੇ ਆ। ਮੈਨੂੰ ਇਸ ਚੀਜ਼ ਕਹਿਣ 'ਚ ਕੋਈ ਨਹੀਂ, ਜੇ ਕਹਿ ਰਹੇ ਨੇ ਵੀ ਵਜੂਦ ਦੀ ਲੜਾਈ ਹੈ, ਯਾਨੀ ਕਿ ਤੁਸੀਂ ਆਪਣੇ ਵਜੂਦ ਨੂੰ, ਆਪਣੇ ਸਿਆਸੀ ਵਜੂਦ ਨੂੰ ਮੈਂ ਬਚਾਉਣ ਲਈ ਕੁਝ ਵੀ ਕਰ ਜਾਵਾਂਗਾ। That is the question. It's a fundamental question. It's a question of propriety. It's a question of ethics. ਕੇਜਰੀਵਾਲ ਸਾਹਿਬ ਆ ਕੇ ਕਹਿਣਗੇ ਸਾਨੂੰ ਵੀ ਦਿਓ, ਜਿਨ੍ਹਾਂ ਦਾ ਵਜੂਦ ਨਹੀਂ ਹੈ, ਜਿਨ੍ਹਾਂ ਨੇ ਪਿਛਲਾ ਇਲੈਕਸ਼ਨ ਤੱਕ ਨਹੀਂ ਮਤਲਬ ਢੰਗ ਦੇ ਨਾਲ ਲੜਿਆ, ਦੇ ਆਰ ਟੋਟਲੀ ਆਊਟ ਆਫ ਦ ਹਰਿਆਣਾ ਪੋਲਿਟਿਕਸ। ਫੈਸਲਾ ਜਿਹੜਾ ਕੇਜਰੀਵਾਲ ਤੇ ਰਾਹੁਲ ਗਾਂਧੀ ਨੇ ਕੀਤਾ, ਇਹਨਾਂ ਦੀ ਲੋਕਲ ਹਾਈ ਕਮਾਂਡ ਨੂੰ ਮੰਨਣਾ ਪੈਣਾ। ਸੋ ਥੀਸ ਆਰ ਨਾਟ ਰੀਜਨਲ ਪਾਰਟੀਜ਼ ਕਿ ਆਪਣੇ ਆਪ ਦੇ ਵਿੱਚ ਖੁਦ ਮੁਖਤਿਆਰ ਨੇ। ਵਿੱਚ ਕੇਜਰੀਵਾਲ ਤਾਂ ਹਰਿਆਣਾ ਤੋਂ ਹੈਗੇ ਨੇ, ਹਰਿਆਣਾ ਦੇ ਵਿੱਚ ਅੱਜ ਤੱਕ ਆਮ ਆਦਮੀ ਪਾਰਟੀ ਦਾ ਖਾਤਾ ਕਿਉਂ ਨਹੀਂ ਖੁੱਲ ਪਾਇਆ? ਇਟਸ ਅ ਵੈਰੀ ਇੰਪੋਰਟੈਂਟ ਕੁਐਸਚਨ। ਦਿੱਲੀ 'ਚ ਬੈਠ ਕੇ ਹਰ ਬੰਦੇ ਨੂੰ ਇਹੀ ਲੱਗ ਰਿਹਾ ਕਿ ਦੇਸ਼ ਦਾ ਮੈਂ ਅਗਲਾ ਪ੍ਰਧਾਨ ਮੰਤਰੀ ਹਾਂ, ਲੇਕਿਨ ਅੱਜ ਦੇ ਪ੍ਰਧਾਨ ਮੰਤਰੀ ਨੂੰ ਦੇਖੋ ਤੇ ਸਿੱਖੋ ਨਰਿੰਦਰ ਮੋਦੀ ਤੋਂ। ਮੈਂ ਤਾਂ ਬੜਾ ਇਹੀ ਕਹਾਂਗਾ ਸਿੰਪਲ, ਉਹ ਗੁਜਰਾਤ ਦੀ ਪੋਲਿਟਿਕਸ 'ਚ ਉੱਠ ਕੇ ਆਇਆ। ਜੇ ਅਗਲਾ 3 ਟਰਮਸ ਗੁਜਰਾਤ ਦਾ ਚੀਫ ਮਿਨਿਸਟਰ ਰਿਹਾ, ਉਸ ਤੋਂ ਬਾਅਦ ਉਹ ਹੀ ਇਜ਼ ਕਮ ਟੂ ਦ ਨੈਸ਼ਨਲ ਪੋਲਿਟਿਕਸ ਨਾ। ਦੈਟ ਇਜ਼ ਹਾਊ ਇਟ ਇਜ਼। ਤੁਸੀਂ ਕਹੋ ਜੀ ਮੈਂ ਸਿੱਧਾ, ਪ੍ਰੋਬਲਮ ਇਹੀ ਹੈ ਵੀ ਇੱਥੇ ਅਲਾਇੰਸ ਦੇ ਵਿੱਚ ਬਥੇਰੇ ਲੋਕ ਐਸੇ ਹੋਣਗੇ ਜਿਹੜੇ ਕਿ ਸਿੱਧੇ ਨੈਸ਼ਨਲ ਪੋਲਿਟਿਕਸ ਤੋਂ ਹੀ ਉੱਭਰਨਾ ਚਾਹ ਰਹੇ ਨੇ। ਆਮ ਆਦਮੀ ਪਾਰਟੀ ਲਈ ਇੱਕ ਚੈਲੰਜ ਹੈ। ਆਮ ਆਦਮੀ ਪਾਰਟੀ ਕੋਲ ਉਸ ਲੈਵਲ ਦੇ ਲੀਡਰ ਹਜੇ ਹੈ ਨਹੀਂ ਕਿ ਇੱਕ ਮੈਂਬਰ ਪਾਰਲੀਮੈਂਟ ਦੇ ਲੈਵਲ ਦੀ ਇਲੈਕਸ਼ਨ ਲੜੀ ਜਾ ਸਕੇ। ਇਹਨਾਂ ਦਾ ਜਿਹੜਾ ਜ਼ਿਆਦਾ ਹੋਲਡ ਹੈ, ਬੇਸ਼ੱਕ ਪੰਜਾਬ ਦੇ ਵਿੱਚ ਇਹਨਾਂ ਦੀ ਜਿੱਤ ਬੜੀ ਵੱਡੀ ਜਿੱਤ ਹੈ, ਬਟ ਜੇ ਤੁਸੀਂ ਕੈਂਡੀਡੇਟਸ ਦੀ ਗੱਲ ਕਰੋ ਤਾਂ ਜਲੰਧਰ ਦਾ ਹੁਣ ਬਾਈ ਇਲੈਕਸ਼ਨ ਹੋਇਆ ਸੀ, ਜਲੰਧਰ ਦਾ ਬਾਈ ਇਲੈਕਸ਼ਨ ਲਈ ਇਹਨਾਂ ਨੂੰ कैंडिडेट नहीं मिला। नमस्कार, आदाब, सत श्री अकाल। इस खास प्रोग्राम में एक बार फिर से मैं मणिमुख शर्मा आप सबका इस्तकबाल करता हूं। कुछ महीने पहले जब इंडिया अलायंस का ऐलान हुआ, उसके बाद ही आम आदमी पार्टी की जानिब से ये बताया गया कि वो शायद अकेले ही लड़े। दिल्ली में उनको अलायंस मंजूर नहीं था और अब सुनने में आ रहा है कि पंजाब में भी पार्टी हिचकिचा रही है कांग्रेस पार्टी के साथ मिलकर इलेक्शन लड़ने में। कांग्रेस पार्टी की जानिब से भी ये बताया गया है कि वो भी खुश नहीं है, वो नहीं चाहते कि दिल्ली में या फिर पंजाब में इन दोनों पार्टीज़ में अलायंस हो स्टेट लेवल पर। इससे ऐसा लग रहा है कि अलायंस जब शुरू ही हुआ है तब इनकी नैया जो है मझधार में हिचकोले खा रही है। क्या ये नैया पार लगेगी? इसके बारे में डिटेल में बात करने के लिए एक बार फिर से मेरे साथ जुड़े हैं मेरे सहयोगी रितेश लखी साहब। रितेश जी, आपका बहुत बहुत स्वागत है। थैंक यू मनी जी। जुड़ेगा भारत, जीतेगा इंडिया, या फिर अलग अलग स्टेट्स में वो लड़ेंगे, क्या लग रहा है आपको? देखो, लगना तो कुछ खास नहीं चाहिए ਤੇ ਕੋਈ ਆਪਸ ਦੇ ਵਿੱਚ ਐਡਾ ਵੱਡਾ ਰੌਕਟ ਸਾਇੰਸ ਵੀ ਨਹੀਂ ਹੈ ਕਿ ਇਸ ਮਸਲੇ ਨੂੰ ਹੱਲ ਨਾ ਕੀਤਾ ਜਾ ਸਕੇ। ਲੇਕਿਨ ਜਿਹੜਾ ਇਸ ਵਕਤ ਇੰਡੀਆ ਅਲਾਇੰਸ ਬਣਦਾ ਪਿਆ ਹੈ ਉਸ ਦੇ ਵਿੱਚ ਹਾਲਾਂਕਿ ਬੜੇ ਸੀਜ਼ਨਡ ਪੋਲੀਟੀਸ਼ੀਅਨ ਹੈਗੇ ਨੇ, ਲੇਕਿਨ ਅਨਫੋਰਚੂਨੇਟ ਪਾਰਟ ਹੈ ਕਿ ਜਿਸ ਤਰੀਕੇ ਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਕੁਝ ਸਟੇਟਸ ਦੇ ਵਿੱਚ ਕੀ ਇਹ ਆਪਸ 'ਚ ਚੱਲਣ, ਉਸੇ ਤਰਜ਼ ਦੇ ਉੱਤੇ ਜਿਵੇਂ ਕਿ ਇਹਨਾਂ ਨੂੰ ਸੈਂਟਰ ਦੇ ਵਿੱਚ ਚੱਲਣਾ ਚਾਹੀਦਾ ਹੈ, ਕੇਂਦਰ ਦੇ ਵਿੱਚ ਚੱਲਣਾ ਚਾਹੀਦਾ ਹੈ, ਉਸ ਨੂੰ ਲੈ ਕੇ ਜਿਹੜੀ ਇੱਕ ਸਮਝ ਦੀ ਘਾਟ ਹੈ ਉਹ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਵੀ ਹੈ। ਕਿਉਂਕਿ ਜੇ ਫੈਡਰਲ ਪੋਲਿਟਿਕਸ ਨੂੰ ਆਪਾਂ ਸਮਝਦੇ ਹਾਂ, ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਦੇਸ਼ ਦੀ ਕੌਮੀ ਰਾਜਨੀਤੀ ਤੇ ਸੂਬਿਆਂ ਦੀ ਰਾਜਨੀਤੀ 'ਚ ਫਰਕ ਹੈ। ਇਹੀ ਤਾਂ ਆਰਗੂਮੈਂਟ ਹੈ ਜਿਸ ਦੇ ਬੇਸ ਉੱਤੇ ਹੁਣ ਵਨ ਨੇਸ਼ਨ ਤੇ ਵਨ ਇਲੈਕਸ਼ਨ ਦੀ ਥਿਉਰੀ ਨੂੰ ਬੀਜੇਪੀ ਅੱਗੇ ਲੈ ਕੇ ਆਉਣਾ ਚਾਹ ਰਹੀ ਹੈ। ਸੋ ਜੇ ਆਪਾਂ ਉਸ ਥਿਉਰੀ ਨੂੰ ਸਹੀ ਮੰਨਦੇ ਹਾਂ ਦੈਨ ਤਾਂ ਇਟ ਇਜ਼ ਓਕੇ। ਫਿਰ ਤਾਂ ਇਹ ਚੀਜ਼ ਇੱਕ ਕੰਟਰਾਡਿਕਸ਼ਨ ਸਮਝ ਵਿੱਚ ਆਉਂਦੀ ਹੈ, ਲੇਕਿਨ ਅਸੀਂ ਤਾਂ ਫੰਡਾਮੈਂਟਲੀ ਮੰਨਦੇ ਹਾਂ ਕਿ ਇਹ ਪੂਰਾ ਦਾ ਪੂਰਾ ਕਨਸੈਪਟ ਹੀ ਗਲਤ ਹੈ, ਜਿਸ ਦੇ ਵਿੱਚ ਤੁਸੀਂ ਸੰਘੀ ਕਦਰਾਂ ਕੀਮਤਾਂ, ਫੈਡਰਲ ਢਾਂਚੇ ਨੂੰ ਸਮਝ ਹੀ ਨਹੀਂ ਰਹੇ ਹੋ। ਤੁਸੀਂ ਇੱਕ ਵਿਲੱਖਣਤਾ ਨਹੀਂ ਸਮਝ ਰਹੇ ਹੋ। ਇੱਕ ਰਾਜ ਦੀ, ਇੱਕ ਸੂਬੇ ਦੀ ਇੱਕ ਆਪਣੀ ਹੋਂਦ ਹੈ, ਉਸਦਾ ਇੱਕ ਆਪਣਾ ਵਜੂਦ ਹੈ, ਉਸਦਾ ਇੱਕ ਆਪਣਾ ਪੋਲੀਟੀਕਲ ਕੈਰੈਕਟਰ ਹੈ, ਤੇ ਉਸੇ ਪੋਲੀਟੀਕਲ ਕੈਰੈਕਟਰ ਨੂੰ ਤੁਸੀਂ ਨੈਸ਼ਨਲ ਕੈਰੈਕਟਰ ਦੇ ਵਿੱਚ ਮਰਜ ਕਰਨਾ ਚਾਹ ਰਹੇ ਹੋ। ਦਿਸ ਇਜ਼ ਵਾਟ ਦ ਪੋਲਿਟਿਕਸ ਆਫ ਬੀਜੇਪੀ ਇਜ਼ ਐਕਚੁਅਲੀ ਪੋਇੰਟਿੰਗ। ਲੇਕਿਨ ਤੁਸੀਂ ਹੁਣ ਇਸ ਅਲਾਇੰਸ ਦਾ ਹਾਲ ਵੇਖੋ ਤੇ ਇਹ ਵੀ ਉਸੇ ਰੰਗ ਦੇ ਵਿੱਚ ਰੰਗਣਾ ਚਾਹ ਰਹੇ ਨੇ। ਜੇ ਇਹ ਕੌਮੀ ਪੱਧਰ ਉੱਤੇ ਨਰਿੰਦਰ ਮੋਦੀ ਜਾਂ ਫਿਰ ਬੀਜੇਪੀ ਨੂੰ ਚੁਣੌਤੀ ਦੇਣ ਲਈ ਇੱਕ ਅਲਾਇੰਸ ਬਣਦਾ ਹੈ, ਇੰਡੀਆ ਅਲਾਇੰਸ ਜਿਸ ਨੂੰ ਕਿਹਾ ਜਾ ਰਿਹਾ ਹੈ, ਇਹ ਠੀਕ ਹੈ, ਤੁਸੀਂ ਕੌਮੀ ਲੈਵਲ ਦੇ ਉੱਤੇ ਇਸ ਤਰੀਕੇ ਦੀ ਗੱਠਜੋੜ ਬਣਾ ਸਕਦੇ ਹੋ, ਉਹਦੇ ਵਿੱਚ ਕੋਈ ਗਲਤੀ ਨਹੀਂ ਹੈ, ਤੁਸੀਂ ਕਰੋ, ਲੇਕਿਨ ਤੁਸੀਂ ਉਸ ਡਿਸੀਜਨ ਨੂੰ ਆਪਣੀ ਸੂਬੇ ਦੀ ਇਕਾਈਆਂ ਤੇ ਕਿਉਂ ਥੋਪ ਰਹੇ ਹੋ? ਤੁਹਾਡੀ ਸਟੇਟ ਦੀ ਪੋਲਿਟਿਕਸ ਤੇ ਤੁਹਾਡੀ ਸੈਂਟਰ ਦੀ ਪੋਲਿਟਿਕਸ ਸੇਮ ਕਿਉਂ ਹੋ ਸਕਦੀ ਹੈ, ਕਿਉਂ ਹੋਣੀ ਚਾਹੀਦੀ ਹੈ? ਕੁਝ ਲੋਕ ਕੁਐਸਚਨ ਕਰ ਸਕਦੇ ਨੇ ਕਿ ਤੁਹਾਡੇ ਫਿਰ ਸਿਧਾਂਤ ਕਿੱਥੇ ਜਾਣਗੇ, ਪ੍ਰਿੰਸੀਪਲ ਕਿੱਥੇ ਜਾਣਗੇ, ਲੇਕਿਨ ਪ੍ਰਿੰਸੀਪਲ ਤਾਂ ਕਦੇ ਵੀ ਕਿਤੇ ਨਹੀਂ ਰਹੇ ਨੇ।
ਕਿਉਂਕਿ ਇੰਨੀਆਂ ਕੰਟਰਡਿਕਸ਼ਨ ਸਟੇਟ ਟੂ ਸਟੇਟ ਚੱਲਦੀਆਂ ਨੇ। ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਰਾਜਸਥਾਨ, ਦਿੱਲੀ, ਅਲੱਗ-ਅਲੱਗ ਸਟੇਟਸ ਨੇ। ਇੰਟਰ ਸਟੇਟ ਇਸ਼ੂਜ਼ ਹੈਗੇ ਨੇ। ਪੰਜਾਬ ਤੇ ਹਰਿਆਣੇ ਦੇ ਵਿੱਚ ਇੰਟਰ ਸਟੇਟ ਵਾਟਰ ਇਸ਼ੂਜ਼ ਨੇ, ਰਿਵਰ ਵਾਟਰਸ ਡਿਸਪਿਊਟਸ ਰਹੇ ਨੇ, ਟੈਰੀਟੋਰੀਅਲ ਇਸ਼ੂ ਰਹੇ ਹੈਗੇ ਨੇ। ਹੁਣ ਤੁਸੀਂ ਕਹੋ ਜੀ ਕਿ ਨਹੀਂ, ਜਿਹੜੀ ਕਾਂਗਰਸ ਪਾਰਟੀ ਜੇ ਪੰਜਾਬ 'ਚ ਇੱਕ ਸਟੈਂਡ ਲਏਗੀ ਤਾਂ ਉਹੀ ਸਟੈਂਡ ਕਾਂਗਰਸ ਦਾ ਹਰਿਆਣਾ 'ਚ ਨਹੀਂ ਹੋ ਸਕਦਾ। ਬੀਜੇਪੀ ਦਾ ਜੋ ਪੰਜਾਬ ਸਟੈਂਡ ਹੋਏਗਾ ਹਰਿਆਣੇ 'ਚ ਨਹੀਂ ਹੋ ਸਕਦਾ। ਆਮ ਆਦਮੀ ਪਾਰਟੀ ਦਾ ਜੋ ਸਟੈਂਡ ਹਰਿਆਣੇ 'ਚ ਹੋਏਗਾ ਪੰਜਾਬ 'ਚ ਨਹੀਂ ਹੋ ਸਕਦਾ। ਮੈਂ ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ, ਦੋ ਸਟੇਟਾਂ ਦਾ ਵਿਲੱਖਣਤਾ ਦੱਸ ਰਿਹਾ। ਤੇ ਸੈਂਟਰ ਤੇ ਸਟੇਟਸ ਦੇ ਵਿੱਚ ਉਹ ਜਿਹੜੀ ਰਾਜਨੀਤੀ ਦੇ ਵਿੱਚ ਤੁਸੀਂ ਕਹੋ ਜੀ ਇੱਕ ਸੁਰਤਾ ਚਾਹੀਦੀ ਹੈ, ਵੀ ਨੀਡ ਜਸਟ ਅ ਸਿੰਗੁਲੈਰਿਟੀ of politics, which is not there. I mean, it is about plurality, or to the extent that it is certainly a federal structure. ਤੇ ਜੇ ਆਪਾਂ ਫੈਡਰਲ ਸਟਰਕਚਰ ਨੂੰ ਸਮਝਦੇ ਨਹੀਂ ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਜੇ ਐਕਸਪੈਕਟ ਕੀਤਾ ਜਾ ਰਿਹਾ ਕਿਸੇ ਵੱਲੋਂ, ਚਾਹੇ ਉਹ ਪੋਲੀਟੀਕਲ ਲੈਵਲ ਨੇ, ਈਵਨ ਅਲਾਇੰਸ ਦੇ ਜਿਹੜੇ ਪਾਰਟਨਰ ਜੇ ਇਸ ਤਰੀਕੇ ਦੇ ਇਸ ਟੋਨ ਦੇ ਵਿੱਚੋਂ ਗੱਲ ਕਰਦੇ ਪਏ ਨੇ ਕਿ ਨਹੀਂ ਜੀ ਨਹੀਂ, ਤੁਹਾਨੂੰ ਪੰਜਾਬ ਤੇ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਇਕੱਠੇ ਹੋਣਾ ਪਏਗਾ ਕਾਂਗਰਸ ਨੂੰ, ਉਹ ਇਕੱਠੇ ਕਿਵੇਂ ਹੋ ਸਕਦੇ ਨੇ? ਮੈਨੂੰ ਦਿੱਲੀ ਦਾ ਨਹੀਂ ਪਤਾ, ਦਿੱਲੀ ਦੇ ਵਿੱਚ ਵੀ ਕੰਟਰਾਡਿਕਸ਼ਨਸ ਰਹੀਆਂ ਨੇ, ਲੇਕਿਨ ਪੰਜਾਬ ਦੇ ਵਿੱਚ ਇਸ ਵਕਤ ਤੁਸੀਂ ਜ਼ਮੀਨੀ ਹਕੀਕਤ ਦੇਖੋ। ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕਾਂਗਰਸ ਦੀ ਪਿਛਲੀ ਸਰਕਾਰ ਸੀ, ਤੇ ਕਾਂਗਰਸ ਦੇ ਮੰਤਰੀਆਂ ਦੇ ਖਿਲਾਫ ਕਰਪਸ਼ਨ ਦੇ ਕੇਸਿਸ ਰਜਿਸਟਰ ਹੋ ਚੁੱਕੇ ਨੇ ਤੇ ਤਕਰੀਬਨ 4 ਤੋਂ 5 ਮਿਨਿਸਟਰ ਨਾ ਸਿਰਫ ਅਪਰਾਧਿਕ ਮਾਮਲੇ ਚੱਲਦੇ ਪਏ ਨੇ ਬਲਕਿ ਉਹ ਜੇਲ੍ਹਾਂ ਤੱਕ ਜਾ ਚੁੱਕੇ ਨੇ। ਸੋ ਜਦੋਂ ਤੁਸੀਂ ਅਲਾਇੰਸ ਕਰ ਲੈਂਦੇ ਹੋ, ਜੋ ਕਿ ਹੁਣ ਕਹਿ ਰਹੇ ਨੇ ਕਿ ਕੀਤਾ ਜਾਏ, ਤਾਂ ਹੀ ਤਾਂ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ। ਜੇ ਤੁਸੀਂ ਅਲਾਇੰਸ ਕਰ ਲੈਂਦੇ ਹੋ ਤਾਂ ਫਿਰ ਤੁਹਾਨੂੰ ਉਸ ਪੂਰੀ ਦੀ ਪੂਰੀ ਆਪਣੀ ਜਿਹੜੀ ਅਪਰਾਧਿਕ ਕੇਸਿਸ ਤੁਸੀਂ ਰਜਿਸਟਰ ਕਰ ਰਹੇ ਹੋ, ਕਰਪਸ਼ਨ ਦੇ ਕੇਸਿਸ ਤੁਸੀਂ ਫੋਰਮਰ ਮਿਨਿਸਟਰਸ ਦੇ ਉੱਤੇ ਰਜਿਸਟਰ ਕਰ ਰੱਖੇ ਨੇ, ਜੋ ਕਿ ਜੇਲ੍ਹਾਂ ਦੇ ਵਿੱਚ ਜਾ ਚੁੱਕੇ ਨੇ, ਕਈ ਅਜੇ ਵੀ ਬੈਠੇ ਨੇ। ਠੀਕ ਹੈ ਨਾ, ਸਾਧੂ ਸਿੰਘ ਧਰਮਸੋਤ ਹੈ, ਇੱਕ ਓਪੀ ਸੋਨੀ ਤਾਂ ਚਲੋ ਖੈਰ ਬੇਲ ਤੇ ਆ ਗਏ ਨੇ, ਭਰਤ ਭੂਸ਼ਣ ਆਸ਼ੂ ਹੈਗੇ ਨੇ। ਇੱਕਦਮ ਮੈਂ ਸਾਰੇ ਕਾਂਗਰਸ ਦੇ ਮਿਨਿਸਟਰਸ ਦੇ ਨਾਂ ਲੈ ਰਿਹਾ। ਹੁਣ ਅਗਲੀ ਤਿਆਰੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਹੈ। ਕਿਹਾ ਜਾ ਰਿਹਾ ਕਿ ਉਹਨਾਂ ਨੇ ਜਦੋਂ ਆਪਣੇ ਟਰਾਂਸਪੋਰਟ ਮਿਨਿਸਟਰ ਸੀਗੇ ਪਿਛਲੀ ਸਰਕਾਰ ਦੌਰਾਨ, ਉਹਨਾਂ ਨੇ ਬੱਸਾਂ ਰਾਜਸਥਾਨ ਤੋਂ ਠੇਕੇ ਤੇ ਬਣਵਾਈਆਂ। ਸੋ ਉਹ ਕੀ ਪੂਰਾ ਦਾ ਪੂਰਾ ਮਾਮਲਾ, ਉਹਦੇ ਵਿੱਚ ਅਗਲੀ ਵਿਜੀਲੈਂਸ ਦੀ ਤਿਆਰੀ ਦੀ ਇਨਕੁਆਇਰੀ ਹੈ। ਸੋ I mean, there is a huge contradiction in the state level politics. But ਇਸ ਦਾ ਮਤਲਬ ਇਹ ਨਹੀਂ ਕਿ ਜੇ ਤੁਸੀਂ ਪੰਜਾਬ 'ਚ ਸਿੰਘ ਫਸ ਰੱਖੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ, ਇਹਨਾਂ ਦਾ ਅਲਾਇੰਸ ਸੈਂਟਰ ਦੇ ਲੈਵਲ ਤੇ ਨਹੀਂ ਹੋ ਸਕਦਾ, ਕਿਉਂਕਿ ਉਹ ਪੋਲੀਟੀਕਲ ਅਲਾਇੰਸ ਹੈ। ਸੋ ਪੋਲੀਟੀਕਲ ਅਲਾਇੰਸ ਜ਼ਰੂਰੀ ਨਹੀਂ ਕਿ ਸਿਧਾਂਤਾਂ ਦੇ ਉੱਤੇ ਉਸ ਤਰੀਕੇ ਦੇ ਨਾਲ ਸਟੇਟ ਟੂ ਸੈਂਟਰ ਵੇਰੀ ਕਰੇ, ਜਾਂ ਉਵੇਂ ਉਹਨੂੰ ਆਪਾਂ ਐਕਸਪੈਕਟ ਕਰੀਏ ਕਿ ਨਹੀਂ ਜੀ ਨਹੀਂ, ਦੇ ਹੈਵ ਟੂ ਬੀ ਕੰਸਿਸਟੈਂਟ। ਜੇ सेंटर इकट्ठे ने तो स्टेट्स भी इकट्ठे हो। नो, इट डजंट वर्क लाइक दैट इन पॉलिटिक्स। जो अलायंस पार्टनर्स हैं बाकी, उनका ये कहना है कि भाई ये तो वजूद की लड़ाई है, ये हम अपने जो है डिफरेंसेस को बैरी कर दें। सबसे पहले दरअसल आम आदमी पार्टी की तरफ से ही ऑब्जेक्शन आया जब मुझे याद है दिल्ली कांग्रेस के अलका लांबा और संदीप दीक्षित, इन दोनों ने स्टेटमेंट्स दिए कि भाई हम तो सातों के साथ, जो दिल्ली के 7 सीटें हैं लोकसभा के लिए, 7 सीटों पर हम अकेले खेल जाएंगे। तब आम आदमी पार्टी की तरफ से बोला कि अरे फिर हम क्यों हैं अलायंस में, अगर हमारे साथ कोई बात ही नहीं होगी तो। वो एक जस्टिफिकेशन उन लोगों ने दिया। उसके बाद पंजाब में भी सेम चीज़ हो गई। अभी कुछ दिनों पहले पंजाब के एक मंत्री ने बोला कि भाई हम शायद अकेले लड़ें। भगवंत मान साहब को पूछा गया, वो बोले कि भाई इट्स अ हाइपोथेटिकल क्वेश्चन, अभी हम देखेंगे। अभी शरद पवार के घर में बुधवार से शुरू हुआ एक मीटिंग इंडिया अलायंस का, तो वहाँ पे शायद ये फार्मूला एक जो है बेसिक फार्मूला जो है ये शायद दिया जाएगा। उसके बाद ये कहा जा रहा है 16 और 17 सितंबर को तेलंगाना में कांग्रेस वर्किंग कमेटी की मीटिंग है, वहाँ आखिरी फैसला लिया जाएगा कितने सीटों पर कौन कौन अलायंस पार्टनर्स क्या क्या रोल निभाएंगे। तो ये कहा जा रहा है। लेकिन पंजाब कांग्रेस में जो है एक बिल्कुल भी एग्रीमेंट नहीं है, जैसे आप कह रहे थे। वो नहीं चाहते कि आम आदमी पार्टी के साथ जाएं पंजाब। शायद आम आदमी पार्टी भी नहीं चाहती पंजाब दे विच, भगवंत मान भी नहीं चाहते, मुझे लग रहा था। लेकिन आज मैंने देखा राघव चड्ढा ने एक स्टेटमेंट दिया है 13 तारीख को। वो कह रहे हैं कि हम सबको जो है अपने बीच के डिफरेंसेस को हमें हटाना होगा, हम इन सब चीज़ों से ऊपर उठेंगे तो जाके फिर बात बनेगी। तो कुछ लोग ये भी कह रहे थे कि आम आदमी पार्टी भी दरअसल चाह रही है शायद, क्योंकि पंजाब और दिल्ली के अलावा आम आदमी पार्टी का कहीं प्रेजेंस नहीं है। तो क्या आपको लगता है कि चलिए ये आर्गुमेंट तो ठीक है अपनी जगह पर कि स्टेट के पॉलिटिक्स अलग, मतलब उसके अलग इश्यूज होते हैं, स्टेट लेवल पे अलग होता है, लेकिन जहाँ पे वजूद की लड़ाई हो रही है तो क्या ये डिफरेंसेस अलग कर किए नहीं जा सकते? मनी जी, वजूद की लड़ाई है, किस दे वजूद की लड़ाई है, सिद्धांत की लड़ाई कित्थे थोड़ी। ਇਹ ਤਾਂ ਆਈ ਵੁੱਡ ਸੀ ਥੀਸ ਆਰ ਅ ਬੰਚ ਆਫ ਫਰਸਟ੍ਰੇਟਿਡ ਪੋਲੀਟੀਸ਼ੀਅਨਸ, ਜਿਹੜਾ ਤੁਸੀਂ ਜਿਸ ਨੂੰ ਆਪਾਂ ਇੰਡੀਆ ਅਲਾਇੰਸ ਕਹਿੰਦੇ ਆ। ਮੈਂ ਤਾਂ ਮੈਨੂੰ ਇਸ ਚੀਜ਼ ਕਹਿਣ 'ਚ ਕੋਈ ਨਹੀਂ, ਜੇ ਕਹਿ ਰਹੇ ਨੇ ਵੀ ਵਜੂਦ ਦੀ ਲੜਾਈ ਹੈ, ਯਾਨੀ ਕਿ ਤੁਸੀਂ ਆਪਣੇ ਵਜੂਦ ਨੂੰ, ਆਪਣੇ ਸਿਆਸੀ ਵਜੂਦ ਨੂੰ ਮੈਂ ਬਚਾਉਣ ਲਈ ਕੁਝ ਵੀ ਕਰ ਜਾਵਾਂਗਾ। That is the question. It's a fundamental question. It's a question of propriety. It's a question of ethics. ਤੁਸੀਂ ਸਿਧਾਂਤ ਜਾਂ ਤੁਹਾਡੇ ਜਿਹੜੇ ਅਲਾਇੰਸਸ ਬਣਦੇ ਨੇ ਉਹਨਾਂ ਦਾ ਬੇਸ ਕੀ ਹੈ? ਸਿਰਫ ਇਹ ਬੇਸ ਹੈ ਕਿ ਤੁਸੀਂ ਨਰਿੰਦਰ ਮੋਦੀ ਨੂੰ ਰੋਕਣਾ ਹੈ ਜਾਂ ਬੀਜੇਪੀ ਨੂੰ ਰੋਕਣਾ ਹੈ? If this is the base,
ਮੈਨੂੰ ਤਾਂ ਨਹੀਂ ਲੱਗਦਾ ਕਿ ਇਸ ਪੋਲਿਟਿਕਸ ਦੇ ਵਿੱਚ ਕੋਈ ਪ੍ਰਿੰਸੀਪੈਲਿਟੀ ਬਚਦੀ ਹੈ। ਆਈ ਡੋਂਟ ਸੀ ਐਨੀ ਗ੍ਰੇਟ ਤੁਸੀਂ ਸਿਰਫ ਆਪਣੇ ਵਜੂਦ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੋ। ਇਟ ਮੀਨਸ ਤੁਸੀਂ ਆਪਣੀ ਪੋਲੀਟੀਕਲ ਵਜੂਦ ਨੂੰ ਬਚਾਉਣ ਦੀ ਲੜਾਈ ਲੜ ਰਹੇ ਹੋ। ਯੂ ਆਰ ਨਾਟ ਫਾਈਟਿੰਗ ਫॉर ਦ ਪੀਪਲ ਆਫ ਕੰਟਰੀ। ਦੇਸ਼ ਦੇ ਵਿੱਚ ਅੱਜ ਤੁਸੀਂ ਦੇਸ਼ ਦੇ ਭਾਈਚਾਰੇ ਨੂੰ ਜਿਹੜਾ ਖਤਰਾ ਹੈ, ਦੇਸ਼ ਦੇ ਕਹਿ ਤਾਂ ਰਹੇ ਹੋ ਤੁਸੀਂ ਲਾਈਕ ਮਾਈਂਡਡ ਪਾਰਟੀਜ਼ ਨੇ, ਲੇਕਿਨ ਹੁਣ ਜੇ ਲਾਈਕ ਮਾਈਂਡਡ ਪਾਰਟੀਜ਼ ਨੇ ਤਾਂ ਇੱਕ ਅਲਾਈਅੰਸ ਬਣਾ ਲਓ ਕਿ ਅਸੀਂ ਕੌਮੀ ਇਲੈਕਸ਼ਨ ਇਕੱਠੇ ਲੜਨਾ ਹੈ। ਲੇਕਿਨ ਜਿਹੜੀ ਸਟੇਟਾਂ ਦੇ ਵਿੱਚ ਸਾਡੀ ਸੂਬਾ ਦੀਆਂ ਇਕਾਈਆਂ ਆਪਸ ਵਿੱਚ ਨਹੀਂ ਮੈਚ ਕਰਦੀਆਂ, ਜਿੱਥੇ ਤੁਸੀਂ ਦੇਖੋ ਨਾ ਕਾਂਗਰਸ ਦੀ ਸਰਕਾਰ ਜਾਂਦੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਆਂਦੀ ਹੈ, ਇੱਕ ਬੜਾ ਟੈਸਟ ਕੇਸ ਹੈ। ਪੰਜਾਬ ਇਜ਼ ਅ ਟੈਸਟ ਕੇਸ। ਦਿੱਲੀ ਵੀ ਸ਼ਾਇਦ ਵੱਡਾ ਟੈਸਟ ਕੇਸ ਨਾ ਹੋਵੇ, ਲੇਕਿਨ ਪੰਜਾਬ ਇਜ਼ ਅ ਟੈਸਟ ਕੇਸ। ਹੁਣ ਸਵਾਲ ਹੈ ਕਿ 13 ਪਾਰਲੀਮੈਂਟ ਦੀਆਂ ਸੀਟਾਂ ਨੇ ਪੰਜਾਬ ਦੇ ਵਿੱਚ, ਕੀ ਇਹ ਪੋਸੀਬਲ ਹੈ ਕਿ 13 ਪਾਰਲੀਮੈਂਟ ਸੀਟਾਂ ਦੇ ਉੱਤੇ ਤਾਂ ਇੱਕ ਆਪਸ ਦੇ ਵਿੱਚ ਸਮਝ ਬਣਾ ਕੇ ਦੋਵੇਂ ਪਾਰਟੀਆਂ ਲੜ ਲੈਣ ਪੰਜਾਬ ਦੇ ਪਰਪਸ ਦੇ ਨਾਲ, ਤੇ ਸਟੇਟ ਤੇ ਅਸੈਂਬਲੀ ਇਲੈਕਸ਼ਨਸ ਅਲੱਗ ਲੜਦੇ ਰਹਿਣ? ਤੇ ਫਿਰ ਉਹ ਮਾਡਲ ਕੀ ਸੈਟਅਪ ਹੋਏਗਾ ਜੇ ਪੰਜਾਬ ਤੇ ਆਮ ਆਦਮੀ ਪਾਰਟੀ ਲੈਟਸ ਸੇ ਕਿ ਲੋਕ ਸਭਾ ਦੇ ਵਿੱਚ ਵੀ ਆਪਸ ਦੇ ਵਿੱਚ ਗਠਬੰਧਨ 'ਚ ਨਹੀਂ ਲੜ ਸਕਦੇ, ਤਾਂ ਫਿਰ ਹੋਰ ਇੰਨੇ ਪਾਰਟਨਰ ਨੇ। ਬਿਹਾਰ ਦੇ ਵਿੱਚ ਆਰਜੇਡੀ ਕੁਝ ਕਹੇਗੀ, ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਵਾਦੀ ਪਾਰਟੀ ਕੀ ਕਹੇਗੀ। ਸੋ ਇਹ ਤਾਂ ਇੱਕ ਬਹੁਤ ਹੀ ਕੰਪਲੈਕਸ ਮਾਡਲ ਹੈ। ਤੁਸੀਂ ਜਿੰਨੀ ਪਾਰਟੀਆਂ ਦਾ ਜਮਾਵੜਾ ਇਕੱਠਾ ਕਰ ਲਿਆ, ਤੁਸੀਂ ਸਾਰੇ ਅੱਜ ਉਹ ਲੋਕ ਇਕੱਠੇ ਹੋਏ ਹੋ, ਜੇ ਆਪਾਂ ਇੰਡੀਆ ਦੇ ਅਲਾਇੰਸ ਨੂੰ ਦੇਖੀਏ, ਜੋ ਕਿ ਕਿਸੇ ਟਾਈਮ ਇੱਕ ਦੂਸਰੇ ਦੇ ਖਿਲਾਫ ਧੁਰ ਵਿਰੋਧੀ ਰਹੇ, ਤੇ ਅੱਜ ਉਹ ਪੰਜਾਬ ਦੇ ਵਿੱਚ ਹੈ। ਪੰਜਾਬ ਦੀ ਪ੍ਰੋਬਲਮ ਹੈ, ਪੰਜਾਬ ਦੇ ਵਿੱਚ ਤੁਸੀਂ ਅੱਜ ਵੀ ਇੱਕ ਦੂਸਰੇ ਦੇ ਘੋਰ ਵਿਰੋਧੀ ਹੋ। ਯਾਨੀ ਕਿ ਤੁਸੀਂ ਕਾਂਗਰਸ ਦੇ ਸਾਬਕਾ ਮੰਤਰੀ ਨੂੰ ਚੱਕ ਕੇ ਜੇਲ੍ਹਾਂ 'ਚ ਪਾਇਆ, ਪ੍ਰਧਾਨ ਨੂੰ ਉਹਨਾਂ ਦੀ ਜੇਲ੍ਹ 'ਚ ਪਾਉਣ ਦੀ ਤਿਆਰੀ ਕਰਦੇ ਪਏ ਹੋ, ਠੀਕ ਹੈ ਨਾ, ਕਿਉਂਕਿ ਤੁਸੀਂ ਇੱਕ ਮੋਰਲ ਹਾਈ ਗਰਾਊਂਡ ਲੈ ਕੇ ਆਏ ਹੋ। ਭਗਵੰਤ ਮਾਨ ਕਹਿੰਦੇ ਅਸੀਂ ਕਰਪਸ਼ਨ ਦੇ ਖਿਲਾਫ ਲੜਾਈ ਲੜਦੀ ਹੈ, 0% ਕਰਪਸ਼ਨ, ਜਾਂ ਕਹਿੰਦਾ ਕਿ ਜ਼ੀਰੋ ਟੋਲਰੈਂਸ ਟੂਵਰਡਸ ਕਰਪਸ਼ਨ। ਹੁਣ ਜੇ ਤੁਸੀਂ ਪੂਰੇ ਦੇ ਪੂਰੇ ਇਮਾਨਦਾਰੀ ਦੇ ਘੋੜੇ ਤੇ ਚੜ੍ਹ ਕੇ ਆਏ ਹੋ, ਤਾਂ ਤੁਸੀਂ ਘੋੜੇ ਤੋਂ ਉਤਰੋਗੇ ਕਿਵੇਂ? ਤੁਸੀਂ ਕਹੋ ਜੀ ਕਿ ਮੈਂ ਹੁਣ ਲੋਕ ਸਭਾ ਇਲੈਕਸ਼ਨ ਆ ਗਏ ਤੇ ਮੈਂ ਹੁਣ ਕਾਂਗਰਸ ਦੇ ਨਾਲ ਚੜ੍ਹਨਾ, ਤਾਂ ਹੁਣ ਮੈਂ ਆਪਣੇ ਇਮਾਨਦਾਰੀ ਦੇ ਘੋੜੇ ਤੋਂ ਉਤਰ ਜਾਣਾ ਹੈ ਤੇ ਮੈਂ ਫਿਰ ਵਜੂਦ ਦੇ ਘੋੜੇ ਤੇ ਚੜ੍ਹ ਜਾਣਾ, ਕਿਉਂਕਿ ਮੇਰੀ ਪਾਰਟੀ ਦੇ ਜਿਹੜੇ ਕੇਜਰੀਵਾਲ ਸਾਹਿਬ ਨੇ, ਜੋ ਕਿ ਬਣੇ ਹੋਏ ਨੇ ਇਸ ਵਕਤ, ਹੀ ਇਜ਼ ਦ ਮੇਨ ਦਿਸ ਥਿੰਗ। ਸੋ ਬੇਸਿਕ ਪੁਆਇੰਟ ਇਹ ਹੈ ਕਿ ਜਦੋਂ ਇਸ ਤਰੀਕੇ ਦੇ ਅਲਾਇੰਸਿਸ ਹੁੰਦੇ ਨੇ, ਦੇਖੋ NDA ਬਣਿਆ ਦੇਸ਼ ਦੇ ਵਿੱਚ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ, UPA ਬਣਿਆ, ਉਹਨਾਂ ਦੇ ਵਿੱਚ ਇੱਕ there was a sense of unanimity to the extent ਕਿ ਕੁਛ ਨਾ ਕੁਛ affinity ਸੀਗੀ, ਇੱਕ ਆਪਸ ਦੇ ਵਿੱਚ ਇੱਕ affinity ਹੋਣੀ ਬੜੀ ਜ਼ਰੂਰੀ ਹੈ। ਜਿੱਥੇ ਤੁਹਾਡੇ ਸਿੱਧੇ ਟਕਰਾਅ ਦੀ ਸਥਿਤੀ ਹੋਵੇ, ਤੁਸੀਂ ਸਿਰਫ ਇਸ ਵਾਸਤੇ ਇਕੱਠੇ ਹੋ ਜਾਓ ਕਿ ਨਹੀਂ ਤੁਸੀਂ ਕੇਂਦਰ ਦੇ ਵਿੱਚ ਮੋਦੀ ਨੂੰ ਨਹੀਂ ਆਉਣ ਦੇਣਾ, ਤੇ ਫਿਰ ਉਸ ਤੋਂ 2 ਸਾਲ ਬਾਅਦ ਪੰਜਾਬ ਦਾ ਇਲੈਕਸ਼ਨ ਦੁਬਾਰਾ ਆ ਜਾਏਗਾ। ਹਰਿਆਣੇ ਦੇ ਵਿੱਚ ਨਾਲ ਦੇ ਨਾਲ ਇਲੈਕਸ਼ਨ ਹੋ ਰਿਹਾ, ਹੁਣ ਤੁਸੀਂ ਇਕੱਠੇ ਲੜ ਲਓਗੇ ਤੇ ਹਰਿਆਣਾ ਦੇ ਵਿੱਚ ਇਟ ਮੀਨਸ ਆਮ ਆਦਮੀ ਪਾਰਟੀ ਫਿਰ ਨਹੀਂ ਲੜੇਗੀ, ਜਾਂ ਲੜੇਗੀ ਤੇ ਕੀ ਕਾਂਗਰਸ ਦੇ ਨਾਲ ਰਲੇਗੀ। ਉੱਥੇ ਇੱਕ ਬਹੁਤ ਵੱਡੀ ਲੜਾਈ ਹੈ, ਤੇ ਉੱਥੇ ਮਤਲਬ ਆਲਮੋਸਟ ਤਿਆਰੀ ਚੱਲਦੀ ਪਈ ਹੈ ਵੀ ਕਾਂਗਰਸ ਵਿਲ ਕਮ ਟੂ ਦ ਪਾਵਰ ਇਨ ਹਰਿਆਣਾ। ਦੈਟ ਇਜ਼ ਦ ਸਿਚੁਏਸ਼ਨ। ਜੇ ਅੱਜ ਦੇ ਹਰਿਆਣਾ ਦੀ ਸਥਿਤੀ ਜੇ ਆਪਾਂ ਐਨਾਲਾਈਜ਼ ਕਰੀਏ ਤਾਂ ਇਸ ਵਕਤ ਕਾਂਗਰਸ ਬਹੁਤ ਹੀ ਅਪਬੀਟ ਮੋਡ ਦੇ ਵਿੱਚ ਹੈ ਹਰਿਆਣਾ ਦੇ ਵਿੱਚ, ਬਟ ਵਾਈ ਵਿਲ ਦੇ ਵਾਂਟ ਟੂ ਸ਼ੇਅਰ देयर ਪਾਵਰ ਵਿਦ ਆਮ ਆਦਮੀ ਪਾਰਟੀ। ਮਤਲਬ ਕੇਜਰੀਵਾਲ ਸਾਹਿਬ ਆ ਕੇ ਕਹਿਣਗੇ ਸਾਨੂੰ ਵੀ ਦਿਓ, ਜਿਨ੍ਹਾਂ ਦਾ ਵਜੂਦ ਨਹੀਂ ਹੈ, ਜਿਨ੍ਹਾਂ ਨੇ ਪਿਛਲਾ ਇਲੈਕਸ਼ਨ ਤੱਕ ਨਹੀਂ ਮਤਲਬ ਢੰਗ ਦੇ ਨਾਲ ਲੜਿਆ, ਦੇ ਆਰ ਟੋਟਲੀ ਆਊਟ ਆਫ ਦ ਹਰਿਆਣਾ ਪੋਲਿਟਿਕਸ ਨਹੀਂ, ਹਾਲਾਂਕਿ ਖੁਦ ਕੇਜਰੀਵਾਲ ਹਰਿਆਣਾ ਤੋਂ ਹੈਗੇ ਨੇ। ਸੋ ਇਹ ਤਾਂ ਆਪਣੀ ਆਪਣੀ ਕਨਵੀਨੀਅੰਸ ਦੀ ਖੇਡ ਹੈਗੀ ਹੈ, ਲੇਕਿਨ ਪੁਆਇੰਟ ਹੈ ਕਿ ਸਿਧਾਂਤ ਬੜੇ ਜ਼ਰੂਰੀ ਨੇ। ਤੁਸੀਂ ਪ੍ਰਿੰਸੀਪਲੀ ਜਿਹੜੀ ਲੜਾਈ ਲੜ ਰਹੇ ਹੋ ਤੁਹਾਡਾ, ਐਂਡ ਇਟ ਇਜ਼ ਵੈਰੀ ਸਿੰਪਲ, ਤੁਸੀਂ ਇਹ ਕਹਿ ਸਕਦੇ ਹੋ, ਤੁਸੀਂ ਆਪਣੇ ਇਲੈਕਟੋਰੇਟ ਨੂੰ, ਤੁਸੀਂ ਆਪਣੇ ਕਾਡਰ ਨੂੰ ਸਮਝਾ ਸਕਦੇ ਹੋ, ਤੁਹਾਡੇ 'ਚ ਇੱਕ ਲੀਡਰਸ਼ਿਪ 'ਚ ਇੱਕ ਪੋਲੀਟੀਕਲ ਮੈਚੁਰਿਟੀ ਚਾਹੀਦੀ ਹੈ। ਯੂ ਕੈਨ ਸੇ ਕਿ ਯਾਰ ਪੰਜਾਬ ਦੇ ਵਿੱਚ ਅਸੀਂ ਅਲਾਇੰਸ ਨਹੀਂ ਕਰ ਸਕਦੇ, ਐਂਡ ਇਹ ਸੁਤੰਤਰਤਾ ਅਲਾਇੰਸ ਨੂੰ ਸਭ ਨੇ ਸਾਰੇ ਪਾਰਟਨਰਸ ਨੂੰ ਦੇਣੀ ਪਏਗੀ। ਹਾਂ, ਬਿਲਕੁਲ ਸਹੀ ਬਾਤ ਹੈ। they will have to give it to this thing ਕਿ ਜੇ ਸਾਡੀ ਪਾਰਟੀ ਦੀ ਸਟੇਟ ਇਕਾਈਆਂ ਨਹੀਂ, ਉੱਥੇ ਦੇ ਹਾਲਾਤ ਤੁਸੀਂ ਦੇਖੋ ਨਾ, ਗਰਾਊਂਡ ਦੇ ਹਾਲਾਤ ਵੀ ਤਾਂ ਦੇਖੋਗੇ, ਤੁਸੀਂ ਕਹੋਗੇ ਜੀ ਨਹੀਂ ਉੱਤੇ। ਹੁਣ ਪ੍ਰੋਬਲਮ ਕੀ ਆ ਰਹੀ ਹੈ? ਪ੍ਰੋਬਲਮ ਇਹ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਚਾਹੇ ਤਾਂ ਕਾਂਗਰਸ ਪਾਰਟੀ ਹੈ ਜਿਹਦੀ ਕਮਾਂਡ ਹੈ ਸੈਂਟਰਲ ਹੱਥ 'ਚ ਰਾਹੁਲ ਗਾਂਧੀ ਦੇ, ਤੇ ਇੱਥੇ ਰਾਜਾ ਵੜਿੰਗ ਕੀ ਬੋਲਦੇ ਨੇ, ਜਾਂ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਬਾਜਵਾ ਕੀ ਬੋਲਦੇ ਨੇ, ਸੁਖਪਾਲ ਖਹਿਰਾ ਕੀ ਬੋਲਦੇ ਨੇ, ਨਵਜੋਤ ਸਿੱਧੂ ਕੀ ਬੋਲਦੇ ਨੇ, ਇਟ ਰੀਅਲੀ ਡਜ਼ਨਟ ਮੈਟਰ, ਨੋਬਡੀ ਕੇਅਰਸ। ਸਿਮਿਲਰਲੀ ਭਗਵੰਤ ਮਾਨ ਕੀ ਬੋਲਦੇ ਨੇ, ਇਹਨਾਂ ਦੀ ਹੋਰ ਲੀਡਰਸ਼ਿਪ ਕੀ ਬੋਲਦੀ ਹੈ, ਕੋਈ ਨਹੀਂ ਪੁੱਛਦਾ ਇੱਥੇ। ਲੋਕਲ ਲੀਡਰਸ਼ਿਪ ਨੂੰ ਪਤਾ ਹੀ ਨਹੀਂ, ਇਹਨਾਂ ਦੀ ਸਾਰੀਆਂ ਜਿਹੜੇ ਕਮਾਂਡ ਹੈਗੀ ਹੈ ਉਹ ਤਾਂ ਸੈਂਟਰਲ ਹਾਈ ਕਮਾਂਡ ਕੋਲ ਹੈ ਨਾ। ਫੈਸਲਾ ਜਿਹੜਾ ਕੇਜਰੀਵਾਲ ਤੇ ਰਾਹੁਲ ਗਾਂਧੀ ਨੇ ਕੀਤਾ, ਇਹਨਾਂ ਦੀ ਲੋਕਲ ਹਾਈ ਕਮਾਂਡ ਨੂੰ ਮੰਨਣਾ ਪੈਣਾ। ਸੋ ਦੀਜ਼ ਆਰ ਨਾਟ ਰੀਜਨਲ ਪਾਰਟੀਜ਼ ਕਿ ਆਪਣੇ ਆਪ ਦੇ ਵਿੱਚ ਖੁਦ ਮੁਖਤਿਆਰ ਨੇ। ਸੋ ਆਪਸ ਦੇ ਵਿੱਚ ਥੱਲੇ ਲੜੀ ਜਾ ਰਹੇ ਨੇ, ਸਮਝ ਆ ਨਹੀਂ ਰਿਹਾ, ਫੈਸਲੇ ਆਪਣੇ ਹੱਥ ਵਿੱਚ ਨੇ। ਉੱਤੋਂ ਜੇ ਕਹਿਤਾ ਵੀ ਹੱਥ ਮਿਲਾਓ ਤਾਂ ਫਿਰ ਇਹਨੂੰ ਇਕੱਠੇ ਖੜ ਕੇ ਫੋਟੋ ਖਿਚਵਾਉਣੀ ਪੈਣੀ ਹੈ, ਬਟ ਲੋਕ ਉਸ ਨੂੰ ਕਿਵੇਂ ਲੈਣਗੇ? ਉਹ ਤਾਂ ਮੈਨੂੰ ਲੱਗਦਾ ਪੰਜਾਬ ਦੇ ਪੁਆਇੰਟ ਆਫ ਵਿਊ ਨਾਲ ਇਟ ਵਿਲ ਬੀ ਫਰਦਰ ਕਾਊਂਟਰ ਪ੍ਰੋਡਕਟਿਵ। ਤੇ ਇਸ ਚੀਜ਼ ਦਾ ਐਗਜ਼ਾਮਪਲ ਮਿਸਾਲ ਦਿੱਤੀ ਜਾਏਗੀ ਕਿ ਦੇਖੋ ਕੌਣ ਲੋਕ ਇਕੱਠੇ ਖੜੇ ਨੇ, ਲੁੱਕ ਐਟ ਦੈਮ।
जैसे बीजेपी के बारे में बोला था कि वॉशिंग मशीन पार्टी है, कि जो भी करप्ट है उधर चला जाए तो फिर सारे ਹੋ ਹੀ केस ਰਿਹਾ हो ਨਾ जाए। ਤੁਸੀਂ ਦੇਖੋ ਨਾ ਸਾਰੇ ਕਾਂਗਰਸ ਦੇ ਜਿਹੜੇ ਮਤਲਬ ਲੀਡਰ ਸੀਗੇ ਜਿਹੜੇ ਟੋਟਲੀ ਹੂਵਰ ਮਤਲਬ ਬਿਲੀਗਰਡ ਲੀਡਰਸ਼ਿਪ ਮੈਂ ਕਹਾਂਗਾ, ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਬਹੁਤ ਸੇ ਲੀਡਰ ਹੈਗੇ ਨੇ, ਬੀਜੇਪੀ ਸ਼ਾਮਲ ਹੋ ਗਏ। ਹੁਣ ਉਹ ਜਦੋਂ ਜਾ ਕੇ ਬੀਜੇਪੀ ਲਈ ਚਿਹਰੇ ਬਣ ਕੇ ਤਾਂ ਲੋਕ ਤਾਂ ਉਹਨੂੰ ਨਹੀਂ ਚੰਗਾ ਮੰਨਦੇ ਨਾ, ਮਤਲਬ ਲੋਕਾਂ ਨੂੰ ਤਾਂ ਪਤਾ ਕਿ ਇਹ ਤਿਤਕਾਰੇ ਹੋਏ ਆ, ਇਹਨਾਂ ਨੂੰ ਸਾਡੇ ਜਿਹੜੇ ਪਬਲਿਕ ਨੇ ਇਹਨਾਂ ਨੂੰ ਕਰਤਾ ਹੈ, ਦੇ ਹੈਵ ਬੀਨ ਡਿਸਕਾਰਡਡ। ਤੇ ਅੱਜ ਬੀਜੇਪੀ ਤੁਸੀਂ ਨਾਤੇ ਧੋਤੇ ਨਵੇਂ ਧੁਲ ਕੇ ਆ ਕੇ ਤੇ ਖੜੇ ਹੋ ਗਏ ਗਲੇ ਦੇ ਵਿੱਚ ਦੂਜੇ ਪੱਟੇ ਪਾ ਕੇ ਕਿ ਅਸੀਂ ਬੀਜੇਪੀ ਦੀ ਲੀਡਰਸ਼ਿਪ ਹੈ। ਸੋ ਯੂ ਆਰ ਟਰਾਈਂਗ ਟੂ ਚੇਂਜ ਯੋਰ ਟੈਕਸ ਐਂਡ ਯੂ ਆਰ ਟਰਾਈਂਗ ਟੂ ਚੇਂਜ ਯੋਰ ਬ੍ਰਾਂਡਸ ਵਿਚ ਇਲੈਕਟੋਰੇਟ ਡਜ਼ਨਟ ਲਾਈਕ, ਬਟ ਐਟ ਦ ਸੇਮ ਟਾਈਮ ਇਟ ਹੈਜ਼ ਟੂ ਬੀ ਪੋਲੀਟੀਕਲੀ, ਜੇ ਆਪਾਂ ਇਸ ਨੂੰ ਦੇਖੀਏ ਰਾਜਨੀਤਿਕ ਤੌਰ ਤੇ ਦੇਖੀਏ, ਇਸ ਨੂੰ ਬੜੇ ਸਮਾਰਟਲੀ ਹੈਂਡਲ ਕਰਨ ਦੀ ਲੋੜ ਹੈ ਐਂਡ ਵੈਰੀ ਟੈਕਟਫੁਲੀ ਹੈਂਡਲ ਕਰਨ ਦੀ ਲੋੜ ਹੈ। ਮੈਨੂੰ ਲੱਗਦਾ ਕਿ ਜਿਹੜੀ ਲੀਡਰਸ਼ਿਪ ਇਸ ਵਕਤ ਇੰਡੀਆ ਅਲਾਇੰਸ ਦੀ ਹੈ, ਉਹ ਜੇ ਫੈਡਰਲ ਰਾਜਨੀਤੀ ਨੂੰ ਬਿਨਾਂ ਸਮਝੇ ਤੇ ਇਹਨਾਂ ਆਪਣੇ ਜਿਹੜਾ ਇਹਨਾਂ ਦਾ ਅਲਾਇੰਸ ਹੈ ਇਹਨਾਂ ਨੂੰ ਫੋਰਸ ਕਰੇਗੀ ਸਟੇਟਸ ਦੇ ਉੱਤੇ, ਸਟੇਟ ਦੀ ਲੀਡਰਸ਼ਿਪ ਉੱਤੇ, ਇਹਨਾਂ ਨੂੰ ਲਾਸ ਹੋਣਾ ਹੈ। ਦੇ ਵਿਲ ਫਾਈਨਲੀ ਲੂਜ਼ ਇਨ ਦਿਸ ਹੋਲ ਐਫਰਟ ਕਿ ਅਸੀਂ ਇਕੱਠੇ ਹੋ ਜਾਈਏ, ਕਿਉਂਕਿ ਇਹਨਾਂ ਦੇ ਇਕੱਠੇ ਹੋਣ ਨਾਲ ਫਰਕ ਨਹੀਂ ਹੋਣਾ, ਇਹਨਾਂ ਦੇ ਇਕੱਠੇ ਹੋਣ ਨਾਲ ਮੈਂਡੇਟ ਨੇ ਇਕੱਠੇ ਨਹੀਂ ਹੋਣਾ। ਪੀਪਲ ਵਿਲ ਸੀ ਇਟ ਥਰੂ। ਜ਼ਮੀਨੀ ਹਕੀਕਤ ਤੇ ਜਿਹੜੀ ਉੱਤੇ ਬੈਠ ਕੇ ਜਿਹਦੇ ਬੋਰਡਰੂਮ ਪੋਲਿਟਿਕਸ ਵਾਲੇ ਜ਼ਿਆਦਾਤਰ ਚਿਹਰੇ ਮੈਂ ਉਹੀ ਦੇਖ ਰਿਹਾ ਜਿੰਨੇ ਖੜੇ ਨੇ ਨਾ, ਦੇ ਆਰ ਮੋਰ ਇਨਟੂ, ਹਾਲਾਂਕਿ ਕੁਝ ਲੀਡਰ ਇਹਨਾਂ ਚੋਂ ਬਹੁਤ ਜ਼ਮੀਨੀ ਸਤਹੀ ਲੈਵਲ ਤੇ ਕਾਰਗਰ ਵੀ ਹੈਗੇ ਨੇ, ਐਸਾ ਨਹੀਂ ਹੈ, ਲੇਕਿਨ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਇਸ ਤਰੀਕੇ ਦੀ ਅਲਾਇੰਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਯੂ ਆਰ ਟਰਾਈਂਗ ਟੂ ਥਰਸਟ ਯੋਰਸੈਲਫ, ਤੇ ਮਤਲਬ ਮੇਰੇ ਹਿਸਾਬ ਨਾਲ ਤੁਸੀਂ ਉਤਲੇ ਲੈਵਲ ਤੇ ਇੱਕ ਮੈਸੇਜ ਭੇਜਣਾ ਚਾਹ ਰਹੇ ਹੋ, ਦੇਸ਼ ਨੂੰ ਇੱਕ ਮੈਸੇਜ ਭੇਜਣਾ ਚਾਹ ਰਹੇ ਹੋ। ਮੈਸੇਜ ਜਾਣਾ ਨਹੀਂ ਜਾਣਾ ਮੈਨੂੰ ਨਹੀਂ ਪਤਾ, ਲੇਕਿਨ ਆਈ ਫੀਲ ਔਨ ਗਰਾਊਂਡ ਇਟ ਵਿਲ ਹੈਵ ਅ ਵੈਰੀ ਡਿਫਰੈਂਟ ਕਾਈਂਡ ਆਫ ਐਨ ਇੰਪੈਕਟ। ਬਾਕੀ ਤੁਹਾਨੂੰ ਇਹ ਜਿਹੜਾ ਨੈਸ਼ਨਲ ਇਲੈਕਸ਼ਨ ਹੈ, ਸਾਡਾ ਕੌਮੀ ਇਲੈਕਸ਼ਨ ਹੈ, ਉਸ ਨੂੰ ਸਟੇਟ ਇਲੈਕਸ਼ਨ ਤੋਂ ਅਲੱਗ ਕਰਕੇ, ਉਸ ਦੀ ਪੋਲਿਟਿਕਸ ਨੂੰ ਅਲੱਗ ਕਰਕੇ ਚੱਲੋ। ਉਸ ਚੀਜ਼ ਲਈ ਇੱਕ ਕ੍ਰੈਡੀਬਲ ਲੌਜਿਕ ਤੁਹਾਨੂੰ ਦੇਣਾ ਪੈਣਾ, ਲੋਕਾਂ ਨੂੰ ਸਮਝਾਉਣਾ ਪੈਣਾ ਕਿ ਹਾਂਜੀ ਇਹ ਸਾਡਾ ਨੈਸ਼ਨਲ ਗੋਲ ਹੈ, ਲੇਕਿਨ ਦੈਟ ਡਜ਼ਨਟ ਮੀਨ ਕਿ ਸਾਡੀ ਸਟੇਟ ਪੋਲਿਟਿਕਸ ਇਜ਼ ਦ ਸੇਮ। ਇਹ ਚੀਜ਼ ਲੋਕ ਸਮਝ ਸਕਦੇ ਨੇ, ਇਟਸ ਨਾਟ ਦੈਟ ਕਿ ਲੋਕ ਨਹੀਂ ਸਮਝਦੇ, ਠੀਕ ਹੈ। ਦੇ ਵਿਲ ਸਰਟਨਲੀ ਕੁਐਸਚਨ, ਆਪੋਜੀਸ਼ਨ ਤੁਹਾਨੂੰ ਕੋਈ ਸਵਾਲ ਕਰ ਸਕਦੀ ਹੈ, ਬਟ ਦੈਟ ਇਜ਼ ਅ ਪੋਲਿਟਿਕਸ ਦੈਟ ਯੂ ਕੈਨ ਆਲਵੇਜ਼ ਅੰਡਰਸਟੈਂਡ। ਜਿਵੇਂ ਫॉर ਇੰਸਟੈਂਸ ਜੇ ਮੰਨ ਲਓ ਬੀਜੇਪੀ ਇੱਕ ਆਰਗੂਮੈਂਟ ਲੈ ਕੇ ਆਂਦੀ ਹੈ, ਮੈਂ ਐਗਜ਼ਾਮਪਲ ਦੇ ਦਿੰਦਾ ਨਾ, ਬੀਜੇਪੀ ਮਾਈਟ ਕਮ ਵਿਦ ਐਨ ਆਰਗੂਮੈਂਟ, ਤੁਹਾਡਾ ਕੀ ਪ੍ਰਿੰਸੀਪਲ ਹੈ, ਕੀ ਸਿਧਾਂਤ ਹੈ, ਤੁਸੀਂ ਉੱਥੇ ਇਕੱਠੇ ਹੋ, ਇੱਥੇ ਅਲੱਗ ਹੋ, ਤੇ ਤੁਸੀਂ ਬੀਜੇਪੀ ਤੇ ਕੁਐਸਚਨ ਪੁੱਛ ਸਕਦੇ ਹੋ ਕਿ ਤੁਸੀਂ ਦੱਸ ਦਿਓ ਕਿ ਤੁਹਾਡੀ ਬੀਜੇਪੀ ਦਾ ਹਰਿਆਣੇ ਦੇ ਵਿੱਚ SYL ਉੱਤੇ ਜਾਂ ਪੰਜਾਬ ਦੇ ਪਾਣੀਆਂ ਦੇ ਉੱਤੇ ਕੀ ਸਟੈਂਡ ਹੈ, ਤੇ ਤੁਹਾਡੀ ਪੰਜਾਬ ਦੀ ਬੀਜੇਪੀ ਦਾ ਸਟੈਂਡ ਹੈ। ਕੈਨ ਯੂ ਰੀਕਨਸਾਈਲ ਦੈਟ ਕੰਟਰਾਡਿਕਸ਼ਨ? ਯੂ ਕੈਨ ਨਾਟ। ਸੇਮ ਕਾਂਗਰਸ ਤੋਂ ਪੁੱਛ ਲਓ, ਠੀਕ ਹੈ ਨਾ, ਜਿੱਥੇ ਤੁਹਾਡਾ ਸਟੇਟ ਦਾ ਹਿੱਤ ਆ ਜਾਏ ਉਹ ਤੇ ਤੁਹਾਨੂੰ ਸਟੇਟ ਦੇ ਨਾਲ ਖੜਨਾ ਪੈਣਾ ਹੈ। ਤੁਸੀਂ ਪੋਲੀਟੀਕਲ ਪਾਰਟੀ ਤਾਂ ਉਹੀ ਹੋ, ਉਹੀ ਬੀਜੇਪੀ ਹੈ, ਉਹੀ ਬੀਜੇਪੀ ਪੰਜਾਬ ਹੈ, ਬੀਜੇਪੀ ਹਰਿਆਣਾ ਹੈ, ਲੇਕਿਨ ਦੇ ਹੈਵ देयर ਡਿਫਰੈਂਸਿਸ ਆਫ ਓਪੀਨੀਅਨ ਐਂਡ ਦੇ ਵਿਲ ਰਿਮੇਨ, ਬਿਕੋਜ਼ ਤੁਸੀਂ ਆਪਣੇ ਲੋਕਲ ਤੇ ਪੈਰੋਕੀਅਲ ਜਿਹੜਾ ਤੁਹਾਡਾ ਇੰਟਰਸਟ ਹੈ ਉਸ ਨੂੰ ਪਹਿਲਾਂ ਗਾਰਡ ਕਰੋਗੇ, ਬਿਕੋਜ਼ ਦੈਟ ਇਜ਼ ਯੋਰ ਮੇਨ ਹੋਲਡ ਨਾ। ਉਸੇ ਦੀ ਬਦੌਲਤ ਤੁਸੀਂ ਅੱਜ ਸੈਂਟਰ ਦੇ ਵਿੱਚ ਖੜੇ ਹੋ ਨਾ। ਜੇ ਅੱਜ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਬਣੀ, ਤੁਹਾਡੇ MPs ਆਏ ਨੇ ਜਾਂ ਤੁਹਾਡੇ ਕੋਲ ਜੇ ਦਿੱਲੀ ਦੇ ਵਿੱਚ ਸਰਕਾਰ ਬਣੀ, ਤਾਂ ਹੀ ਤੁਸੀਂ ਅੱਜ ਕੇਜਰੀਵਾਲ ਸਾਹਿਬ ਸੱਜ ਕੇ ਉਸ ਅਲਾਇੰਸ 'ਚ ਖੜੇ ਨੇ ਨਾ, ਨਹੀਂ ਤਾਂ ਇਹਨਾਂ ਨੂੰ ਕੌਣ ਉੱਥੇ ਬੁਲਾ ਕੇ ਰਾਜੀ ਸੀ? ਨੋਬਡੀ ਵੁੱਡ ਹੈਵ ਲਾਈਕਡ ਹਿਮ ਟੂ ਬੀ ਦੇਅਰ, ਬਟ ਹੀ ਇਜ਼ ਸਟੈਂਡਿੰਗ ਦੇਅਰ ਬਾਈ ਵਰਚੂ ਆਫ ਦ ਫੈਕਟ ਕਿ ਤੁਸੀਂ ਸਟੇਟ ਦੀ ਪੋਲਿਟਿਕਸ ਦੇ ਵਿੱਚ ਆਪਣੀ ਰੈਲੇਵੈਂਸ ਨੂੰ ਦਰਸਾਇਆ ਹੈ। ਨਹੀਂ ਤਾਂ ਅੱਜ ਦੀ ਤਰੀਕ ਤੁਹਾਡੇ ਕੋਲ ਲੋਕ ਸਭਾ ਦੇ ਵਿੱਚ ਤਾਂ ਇੱਕ ਮੈਂਬਰ ਪਾਰਲੀਮੈਂਟ ਨਹੀਂ ਸੀ ਟਿਲ ਅ ਫਿਊ ਮੰਥਸ ਬੈਕ। ਜੇ ਪੰਜਾਬ ਦਾ ਬਾਈ ਇਲੈਕਸ਼ਨ ਜਿਹੜਾ ਜਿੱਤ ਕੇ ਆਏ ਨੇ ਸੁਸ਼ੀਲ ਰਿੰਕੂ, ਦੇ ਡੋਂਟ ਹੈਵ ਅ ਸਿੰਗਲ ਮੈਂਬਰ ਪਾਰਲੀਮੈਂਟ ਆਫਟਰ ਭਗਵੰਤ ਮਾਨ ਐਂਡ ਬਿਫੋਰ ਸੁਸ਼ੀਲ ਰਿੰਕੂ। ਸੋ ਜਿਹੜੀ ਪਾਰਟੀ ਦਾ ਲੋਕ ਸਭਾ ਦੇ ਵਿੱਚ ਮੈਂਬਰ ਨਹੀਂ ਹੈ, ਉਹਨੂੰ ਤਾਂ ਸਮਝਣਾ ਪੈਣਾ ਕਿ ਤੁਸੀਂ ਗ੍ਰਾਸ ਰੂਟ ਦੀ ਪਾਰਟੀ ਜਿੱਥੋਂ ਉੱਠ ਰਹੇ ਹੋ, ਉੱਥੇ ਜੇ ਤੁਸੀਂ ਆਪਣੇ ਕਾਰਡਸ ਗਲਤ ਖੇਡ ਗਏ ਤਾਂ ਤੁਸੀਂ ਨੈਸ਼ਨਲ ਪੋਲਿਟਿਕਸ ਦੇ ਵਿੱਚ ਤਾਂ ਪਤਾ ਨਹੀਂ ਕਦੋਂ ਤੁਸੀਂ ਰੈਲੇਵੈਂਟ ਹੋਣਾ ਹੈ, ਬਟ ਯੂ ਵਿਲ लूज योर रीजनल रेलेवेंस स्लाइटली मोर अर्लियर। जो लोग कह रहे हैं वो ये भी है कि आम आदमी पार्टी के लिए शायद ये बहुत ही फ़ायदेमंद साबित हो इंडिया अलायंस का शरीक होना, क्योंकि उनका प्रेजेंस फ़िलहाल तो सिर्फ 2 ही स्टेट्स में है, पंजाब में, दिल्ली में, लेकिन जो दिल्ली के मुख्यमंत्री अरविंद केजरीवाल साहब फ़िलहाल पंजाब के दौरे पर हैं, उन्होंने ऑलरेडी मध्य प्रदेश इलेक्शन के लिए आम आदमी पार्टी के इलेक्टर्स की एक लिस्ट बना ली है, कैंडिडेट्स की। इस वजह से भी वो नाखुश है कि भाई हमारे साथ अलायंस कुछ इस तरह से नहीं हो पा रहा है। तो आम आदमी पार्टी उम्मीद कर रही है कि जहाँ पे उनका प्रेजेंस नहीं है वहाँ पे इस अलायंस के ज़रिए अपना पाँव मजबूत कर पाएंगे शायद। लेकिन साथ ही साथ कांग्रेस को जैसे अब मध्य प्रदेश में वो बड़े कॉन्फिडेंट है कि बिना किसी अलायंस के वो जीत जाएंगे, वही जैसे आपने हरियाणा में कहा, तो वहाँ पे उनका नुकसान है और ये बोल रहे हैं। लेकिन अलायंस पार्टनर्स की तरफ से भी थोड़ा बहुत प्रेशर है कि भाई चलिए आप अकोमोडेट कर लीजिए, बाकी हम देख लेंगे बाद में। तो आपको आम आदमी पार्टी के लिए फ़ायदा दिखता है यहाँ पे? बिल्कुल सर्टनली, क्योंकि फायदा इस वास्ते है क्योंकि ਜਿਹੜੀ ਤੁਸੀਂ ਗੱਲ ਕਹਿ ਰਹੇ ਕਿ ਉਹਨਾਂ ਕੋਲ ਲੂਜ਼ ਕਰਨ ਨੂੰ ਕੁਝ ਜ਼ਿਆਦਾ ਹੈ ਨਹੀਂ ਹੈ।
ਦੋ ਸਟੇਟਸ ਦੇ ਵਿੱਚ ਹੈ, ਦੇ ਵਾਂਟ ਟੂ ਐਕਸਪੈਂਡ, ਦੇ ਹੈਵ देयर ਐਸਪੀਰੇਸ਼ਨ, ਨੈਸ਼ਨਲ ਪਾਰਟੀ ਤਾਂ ਬਣ ਹੀ ਚੁੱਕੇ ਨੇ, ਤਾਂ ਉਹਨਾਂ ਦੀ ਜਿਹੜੀ ਐਸਪੀਰੇਸ਼ਨ ਆ ਉਸ ਦੇ ਵਿੱਚ ਫਿੱਟ ਬੈਠਦਾ ਹੈ। ਬਟ ਐਸਪੀਰੇਸ਼ਨ ਉਹਨੇ ਦਿੱਲੀ ਤੋਂ ਸ਼ੁਰੂ ਹੁੰਦੀ ਹੈ, ਦਿੱਲੀ ਤੋਂ ਸ਼ੁਰੂ ਹੋ ਕੇ, ਉੱਥੋਂ ਦੀ ਪੋਲਿਟਿਕਸ ਤੋਂ ਸ਼ੁਰੂ ਹੋ ਕੇ, ਐਂਡ ਦੇ ਵਾਂਟ ਟੂ ਗਰੋ। ਲੇਕਿਨ ਉਹਨਾਂ ਨੂੰ ਇਹ ਸਮਝਣਾ ਪੈਣਾ ਵੀ ਦੇਖੋ ਹਰਿਆਣਾ ਦੇ ਵਿੱਚ ਕੇਜਰੀਵਾਲ ਤਾਂ ਹਰਿਆਣਾ ਤੋਂ ਹੈਗੇ ਨਾ, ਹਰਿਆਣਾ ਦੇ ਵਿੱਚ ਅੱਜ ਤੱਕ ਆਮ ਆਦਮੀ ਪਾਰਟੀ ਦਾ ਖਾਤਾ ਕਿਉਂ ਨਹੀਂ ਖੁੱਲ ਪਾਇਆ? ਇਟਸ ਅ ਵੈਰੀ ਇੰਪੋਰਟੈਂਟ ਕੁਐਸਚਨ। ਇਸ ਇਲੈਕਸ਼ਨਸ ਕੀ ਹੋਏਗਾ ਨਹੀਂ ਹੋਏਗਾ, ਐਂਡ आई वाज एक्सपेक्टिंग कि आम आदमी पार्टी कुछ करेगी जलवा, लेकिन मैंने इस वक्त हरियाणा ਦੇ ਵਿੱਚ ਉਹਦਾ ਕੁਝ ਲੱਗਦਾ ਨਹੀਂ ਪਿਆ, ਜਦ ਕਿ ਉਹਦੀ ਹੋਮ ਸਟੇਟ ਹੈ ਕੇਜਰੀਵਾਲ ਦੀ, ਵਿਚ ਮੀਨਸ ਕਿ ਤੁਸੀਂ ਰੀਜਨਲ ਪੋਲਿਟਿਕਸ ਨੂੰ ਸਮਝਦੇ ਨਹੀਂ ਹੋ। ਈਵਨ ਇਫ ਯੂ ਮੇ ਬੀ ਐਸਪਾਇਰਿੰਗ ਟੂ ਬੀ ਨੈਸ਼ਨਲ ਪਾਰਟੀ, ਬਟ ਤੁਹਾਨੂੰ ਰੀਜਨਲ ਪੋਲਿਟਿਕਸ ਦੀ ਜਿਹੜੀ ਨੁਆਂਸਸ ਨੂੰ ਸਮਝਣਾ ਪੈਣਾ ਹੈ। ਸੋ ਠੀਕ ਹੈ, ਤੁਸੀਂ ਗਰੋ ਕਰਨਾ ਚਾਹੁੰਦੇ ਹੋ, ਤੁਹਾਡੇ ਐਸਪੀਰੇਸ਼ਨਸ ਹੈ ਵੀ ਤੁਸੀਂ ਆਪਣੇ ਆਪ ਨੂੰ ਲਾਰਜਰ ਦੈਨ ਲਾਈਫ ਦਿੱਲੀ 'ਚ ਬੈਠ ਕੇ ਹਰ ਬੰਦੇ ਨੂੰ ਇਹੀ ਲੱਗ ਰਿਹਾ ਕਿ ਦੇਸ਼ ਦਾ ਮੈਂ ਅਗਲਾ ਪ੍ਰਧਾਨ ਮੰਤਰੀ ਹਾਂ। ਲੇਕਿਨ ਅੱਜ ਦੇ ਪ੍ਰਧਾਨ ਮੰਤਰੀ ਨੂੰ ਦੇਖੋ ਤੇ ਸਿੱਖੋ ਨਰਿੰਦਰ ਮੋਦੀ ਤੋਂ। ਮੈਂ ਤਾਂ ਬੜਾ ਇਹੀ ਕਹਾਂਗਾ ਸਿੰਪਲ, ਉਹ ਗੁਜਰਾਤ ਦੀ ਪੋਲਿਟਿਕਸ 'ਚ ਉੱਠ ਕੇ ਆਇਆ। ਜੇ ਅਗਲਾ 3 ਟਰਮਸ ਗੁਜਰਾਤ ਦਾ ਚੀਫ ਮਿਨਿਸਟਰ ਰਿਹਾ, ਉਸ ਤੋਂ ਬਾਅਦ ਉਹ ਹੀ ਇਜ਼ ਕਮ ਟੂ ਦ ਨੈਸ਼ਨਲ ਪੋਲਿਟਿਕਸ ਨਾ, ਦੈਟ ਇਜ਼ ਹਾਊ ਇਟ ਇਜ਼। ਤੁਸੀਂ ਕਹੋ ਜੀ ਮੈਂ ਸਿੱਧਾ, ਪ੍ਰੋਬਲਮ ਇਹੀ ਹੈ ਇੱਥੇ ਅਲਾਇੰਸ ਦੇ ਵਿੱਚ ਬਥੇਰੇ ਲੋਕ ਐਸੇ ਹੋਣਗੇ ਜਿਹੜੇ ਕਿ ਸਿੱਧੇ ਨੈਸ਼ਨਲ ਪੋਲਿਟਿਕਸ ਤੋਂ ਹੀ ਉੱਭਰਨਾ ਚਾਹ ਰਹੇ ਨੇ, ਤੇ ਦੂਸਰੇ ਪਾਸੇ ਤੁਹਾਡਾ ਮੁਕਾਬਲਾ ਜਿਸ ਬੰਦੇ ਨਾਲ ਹੈ ਉਹ ਜ਼ਮੀਨੀ ਤੇ ਆਪਣੀ ਸਟੇਟ ਦੀ ਰਾਜਨੀਤੀ ਦੇ ਵਿੱਚ ਜਿਹਨੂੰ ਕਹਿ ਸਕਦੇ ਨਿਖਰ ਕੇ ਉਹ ਗ੍ਰੈਜੂਏਟ ਹੋ ਕੇ ਆਇਆ ਹੈ। ਤੁਸੀਂ ਕਹਿ ਰਹੇ ਹੋ ਕਿ ਨਹੀਂ ਇਸ ਤਾਂ ਪੈਦਾਇਸ਼ੀ ਗ੍ਰੈਜੂਏਟ ਹੈ ਤੇ ਇਸ ਤਾਂ ਸਿੱਧੇ ਇੱਥੇ ਹੋਏ। ਸੋ ਦੈਟ ਇਜ਼ ਅ ਡਿਫਰੈਂਸ। ਸੋ ਸੀ ਇਹ ਜਿਹੜੀ ਅਲਾਇੰਸ ਹੈ ਇਹਨੂੰ ਇੱਕ ਚੀਜ਼ ਸਮਝਣੀ ਪੈਣੀ ਹੈ, ਇਹਨਾਂ ਨੂੰ ਬੜੇ ਟੈਕਟੀਕਲ ਲੈਵਲ ਦੇ ਉੱਤੇ ਅੰਡਰਸਟੈਂਡਿੰਗ ਕਰਨੀ ਪੈਣੀ ਹੈ। ਇਟ ਕੈਨ ਨਾਟ ਬੀ ਅ ਫਾਰਮੂਲਾ ਔਰ ਅ ਕੰਪਾਰਟਮੈਂਟ ਵੇਅਰ ਯੂ ਕੈਨ ਫਿਟ ਇਨ। ਜੇ ਤੁਸੀਂ ਫਿਟ ਇਨ ਕਰਨ ਦੀ ਕੋਸ਼ਿਸ਼ ਕਰੋਗੇ ਯੂ ਵਿਲ ਨਾਟ ਸਕਸੀਡ, ਦੈਟਸ ਵਾਟ ਆਈ ਫੀਲ। ਤੁਹਾਨੂੰ ਤਾਂ ਟੈਕਟਫੁਲੀ ਦੇਖਣਾ ਪੈਣਾ ਵੀ ਕਿਹੜੇ ਸਟੇਟ ਦੇ ਵਿੱਚ ਕਿੱਥੇ ਕਿੱਥੇ ਕੌਣ ਫਾਇਦਾ, ਜਿਹੜਾ ਸਟਰੋਂਗ ਹੈ ਤੇ ਜਿਹੜਾ ਕਮਜ਼ੋਰ ਹੈ, ਇਹਨੂੰ ਤੁਹਾਨੂੰ ਐਨਾਲਾਈਜ਼ ਕਰਨਾ ਪੈਣਾ। ਇਹ ਨਹੀਂ ਵੀ ਮੈਂ ਜ਼ਬਰਦਸਤੀ ਮੈਂ ਪੰਜਾਬ ਦੇ ਵਿੱਚ ਭਾਈਵਾਲੀ ਕਰਨੀ ਹੈ। ਤੁਸੀਂ ਇਹ ਦੇਖੋ ਕਿ ਜੇ ਤੁਹਾਡੇ ਕੋਲ ਕੋਈ ਇੰਪੋਰਟੈਂਟ ਕੈਂਡੀਡੇਟ ਹੈ, ਉੱਥੇ ਤੁਸੀਂ ਇੱਕ ਟੈਕਟੀਕਲ ਅਲਾਇੰਸ ਕਰੋ, ਟੈਸਿਟ ਜਿਹਨੂੰ ਕਹਿੰਦੇ ਨਾ ਅੰਡਰਸਟੈਂਡਿੰਗ, ਵੀ ਉੱਥੇ ਤੁਸੀਂ ਉਹਨਾਂ ਨੂੰ ਕਹੋ ਵੀ ਤੁਸੀਂ ਆਪਣਾ ਬੰਦਾ ਨਾ ਖੜਾ ਕਰੋ, ਇੱਥੇ ਸਾਡਾ ਬੰਦਾ ਖੜਾ ਹੋਣ ਦਿਓ, ਕਾਂਗਰਸ ਖੜਾ ਹੀ ਨਾ ਕਰੇ ਬੰਦਾ। ਇਹ ਚੀਜ਼ ਸੰਭਵ ਹੋ ਸਕਦੀ ਹੈ, ਰਾਦਰ ਦੈਨ ਸੇਇੰਗ ਕਿ ਨਹੀਂ ਅਸੀਂ ਤਾਂ ਇਕੱਠੇ ਇਲੈਕਸ਼ਨ ਲੜਾਂਗੇ, ਫਾਰਮੂਲਾ ਬਣਾ ਲਿਆ। ਤੁਸੀਂ ਦਿਸ ਕੈਨ ਬੀ ਦ ਇਲੈਕਸ਼ਨਾਂ ਤੋਂ ਪਹਿਲਾਂ ਹੁੰਦੇ ਨੇ ਇਸ ਤਰੀਕੇ ਦੇ ਯੂ ਕਹਿੰਦੇ ਅਨਰਿਟਨ ਕਾਈਂਡ ਆਫ ਟੈਕਟੀਕਲ ਅਲਾਇੰਸਸ ਵੇਅਰ ਯੂ ਲੀਵ ਦ ਸਪੇਸ ਕਿ ਠੀਕ ਹੈ ਤੁਸੀਂ ਨਰਿੰਦਰ ਮੋਦੀ ਨੂੰ ਹਰਾਣਾ ਨਾ ਬੀਜੇਪੀ ਨੂੰ ਹਰਾਣਾ, ਸੋ ਤੁਸੀਂ ਉਹਨਾਂ ਨੂੰ ਸਪੇਸ ਨਹੀਂ ਦੇਣੀ, ਤੁਸੀਂ ਉਹ ਟੈਕਟੀਕਲ ਅਲਾਇੰਸਸ ਕਰੋ, ਉਹ ਟੈਕਟੀਕਲ ਅੰਡਰਸਟੈਂਡਿੰਗ ਕਰੋ ਜਿੱਥੇ ਜਿੱਥੇ ਤੁਹਾਡੇ ਅਲਾਇੰਸ ਨਹੀਂ ਹੋ ਪਾ ਰਹੇ। ਜਿੱਥੇ ਅਲਾਇੰਸ ਹੋ ਗਿਆ ਉੱਥੇ ਤਾਂ ਮਸਲਾ ਹੀ ਖਤਮ ਹੈ। ਕੁਝ ਸਟੇਟਸ ਐਸੀਆਂ ਹੋਣਗੀਆਂ ਜਿੱਥੇ ਕਿ ਇਹ ਚੀਜ਼ ਬਿਲਕੁਲ ਸਹੀ ਹੋਏਗੀ, ਲੇਕਿਨ ਪੰਜਾਬ ਵਰਗੀ ਥਾਂ ਦੇ ਉੱਤੇ ਜੇ ਚੀਜ਼ ਨਹੀਂ ਵਰਕਆਊਟ ਕਰਦੀ ਪਈ ਤਾਂ ਤੁਸੀਂ ਜ਼ਬਰਦਸਤੀ ਨਹੀਂ ਕਰਨੀ। ਹਾਲਾਂਕਿ ਪੰਜਾਬ ਇਜ਼ ਅ ਸਟੇਟ ਵੇਅਰ ਇਟ ਇਜ਼ ਓਨਲੀ 13 MPs, ਐਂਡ ਸ਼ਾਇਦ ਇਹ ਵੀ ਕਾਰਨ ਹੈ ਕਿ ਪੰਜਾਬ ਨੂੰ ਕਦੇ ਵੀ ਉਨੀ ਇੰਪੋਰਟੈਂਸ ਸ਼ੁਰੂ ਤੋਂ ਨਹੀਂ ਰਾਜਨੀਤੀ ਦੇ ਵਿੱਚ ਦੇਸ਼ ਦੀ ਮਿਲੀ, ਐਂਡ ਪੰਜਾਬ ਦੇ ਬਹੁਤ ਸੇ ਜਿਹੜੇ ਇਸ਼ੂਜ਼ ਨੇ ਉਹ ਇਸ ਵਾਸਤੇ ਵੀ ਨਹੀਂ ਉਹਨਾਂ ਤੇ ਧਿਆਨ ਦਿੱਤਾ, ਤਵੱਜੋ ਦਿੱਤੀ ਗਈ, ਸੀਰੀਅਸਲੀ ਉਹਨਾਂ ਨੂੰ ਲਿਆ ਗਿਆ, ਕਿਉਂਕਿ 13 MPs ਆਰ ਨਥਿੰਗ। 13 MPs ਕਿੱਥੇ 543 ਦਾ ਇੱਕ ਲੰਬਾ ਖਾਸਾ ਬੇਸ ਹੈ, ਤੇ ਉਹਦੇ ਵਿੱਚੋਂ 13 MPs ਕਿੱਥੇ ਮੈਟਰ ਕਰਦੇ ਨੇ। ਸੋ ਜਦੋਂ ਤੁਸੀਂ ਨੈਸ਼ਨਲ ਲੈਵਲ ਤੇ ਬੈਠਦੇ ਤੁਹਾਨੂੰ ਲੱਗਦਾ 13 MP ਹੈ ਨਾ, ਛੋਟੀ ਸਟੇਟ ਹੈ, ਲੇਕਿਨ ਦੇ ਆਰ ਲੁਕਿੰਗ ਕਿ ਯਾਰ ਯੂਪੀ 'ਚ ਕੀ ਹੋਏਗਾ, ਬਿਹਾਰ 'ਚ ਕੀ ਹੋਏਗਾ, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼ 'ਚ ਕੀ ਹੋਏਗਾ, ਠੀਕ ਹੈ ਨਾ, ਜਿੱਥੋਂ ਜ਼ਿਆਦਾ MPs ਚੁਣ ਕੇ ਆਉਣਾ ਤੇ ਉਹ ਪਾਵਰ ਦਾ ਅਸਲ ਬੈਲੈਂਸ ਤੇ ਇਕੁਏਸ਼ਨ ਤਾਂ ਉੱਥੋਂ ਹੀ ਤੈਅ ਹੋਣੀ ਹੈ। ਸੋ ਪੰਜਾਬ ਦੀ ਰਾਜਨੀਤੀ ਉਸ ਪੁਆਇੰਟ ਆਫ ਵਿਊ ਨਾਲ ਮੈਟਰ ਹੀ ਨਹੀਂ ਕਰਦੀ। ਸੋ ਦੈਟ ਇਜ਼ ਵੇਅਰ ਉੱਥੇ ਲੱਗਦਾ ਕਿ ਨਹੀਂ ਪੰਜਾਬ ਨੂੰ ਛੱਡੋ। 13 ਸੀਟਾਂ ਦੇ ਉੱਤੇ ਅਸੀਂ ਪੰਜਾਬ ਤੋਂ ਦੇਖ ਰਹੇ ਹਾਂ, ਪੰਜਾਬ ਦੇ ਪਰਸਪੈਕਟਿਵ ਤੋਂ ਜਦੋਂ ਤੁਸੀਂ ਦੇਖਦੇ ਹਾਂ ਸਾਨੂੰ ਬੜੀ ਅਜੀਬ ਗੱਲ ਲੱਗਦੀ ਹੈ, ਲੇਕਿਨ ਨੈਸ਼ਨਲ ਪਰਸਪੈਕਟਿਵ ਤੋਂ ਤੁਸੀਂ ਦੇਖੋਗੇ, ਤੁਸੀਂ ਕਹੋਗੇ 13 MP ਦਾ ਰੌਲਾ ਐਡੀ ਕੀ ਗੱਲ ਹੈ, ਠੀਕ ਹੈ ਨਾ, ਤਾਂ ਕਰੋ ਇੱਥੇ ਵੀ ਅਲਾਇੰਸ ਕਰੋ। ਦਿੱਲੀ ਦੇ ਵਿੱਚ ਕਿੰਨੇ MP ਹੈਗੇ ਨੇ, ਛੱਡੋ 7 ਹੈਗੇ ਨੇ, ਨਿਬੇੜੋ ਇੱਥੇ ਵੀ ਕੰਮ, ਹੈ ਨਾ। ਸੋ ਉਹ ਤੁਹਾਨੂੰ 23-24 MPs ਦਾ कॉन्ट्राडिक्शन लग नहीं रही, लेकिन प्रिंसिपली तो कॉन्ट्राडिक्शन है ही है ना। बिल्कुल। तो यहाँ पे मेरा एक सवाल है, अगर हम इसको पंजाब तक ही में हम खुद को महदूद रखें तो जो 13 सीटें हैं, आम आदमी पार्टी हालांकि अभी पावर में है स्टेट में, लेकिन रियलिस्टिकली अगर हम बात करें, फ़र्ज़ कीजिए, और यहाँ पे शायद थोड़ा एस्टिमेट गेस करने वाली बात भी होगी कि दोनों पार्टीज़ अगर अलग अलग लड़ते हैं तो आपको चांसेस किसका ज़्यादा बेटर दिखता है पंजाब में उन 13 सीटों पे अगर हम सब बात करें, अगर अलायंस में नहीं है, दोनों अलग अलग? देखो, इट इज़ टू अर्ली टू से। मैं इस कहूँगा ये थोड़ा सा हाले इट विल बी प्रीमेच्योर टू हैज़र्ड एनी काइंड ऑफ अ गेस एज ऑफ नाउ, ਬਿਕੋਜ਼ ਬਹੁਤ ਸੀ ਚੀਜ਼ਾਂ ਮੈਟਰ ਕਰਦੇ ਨੇ ਕੰਬੀਨੇਸ਼ਨਸ ਦੇ ਉੱਤੇ, ਕਿਉਂਕਿ ਹਲੇ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਆਪੋਜੀਸ਼ਨ ਦੇ ਵਿੱਚ ਕੰਬੀਨੇਸ਼ਨ ਕੀ ਬਣਨਾ ਹੈ, ਕਿ ਤੁਸੀਂ ਲੜਾਈ ਕਿਹਦੇ ਨਾਲ ਲੜੋਗੇ, ਤੁਸੀਂ ਬੀਜੇਪੀ ਦੇ ਨਾਲ ਲੜੋਗੇ ਜਾਂ ਬੀਜੇਪੀ ਤੇ ਅਕਾਲੀ ਦਲ ਦਾ ਅਲਾਇੰਸ ਹੋਏਗਾ, ਅਕਾਲੀ ਦਲ ਆਪਣੇ BSP ਦੇ ਅਲਾਇੰਸ ਨਾਲ ਹੀ ਤੁਰੇਗਾ, ਤੁਸੀਂ ਦੇਖੋ ਨਾ ਅਕਾਲੀ ਦਲ ਦਾ BSP ਦੇ ਨਾਲ ਵੀ ਇੱਕ ਅਲਾਇੰਸ ਚੱਲਦਾ ਪਿਆ ਹੈਗਾ। ਸੋ ਜਦ ਤੱਕ ਤੁਹਾਡੀ ਆਪੋਜੀਸ਼ਨ ਨਹੀਂ, ਐਂਡ ਫਿਰ ਕੈਂਡੀਡੇਟ ਟੂ ਕੈਂਡੀਡੇਟ ਵੀ ਕਈ ਵਾਰ ਫਰਕ ਪੈਂਦਾ ਹੈ, ਠੀਕ ਹੈ ਨਾ।
ਸਰਕਾਰ ਤੁਹਾਡੀ ਹੈਗੀ ਹੈ ਲੇਕਿਨ ਇਸ ਇਲੈਕਸ਼ਨ ਦੇ ਵਿੱਚ ਉਹਦਾ ਫਰਕ ਪਾਣਾ ਨਹੀਂ, ਠੀਕ ਹੈ ਨਾ। ਤਾਂ ਫਾਇਦੇ ਨੁਕਸਾਨ ਦੋਵਾਂ ਦੇ ਹੋ ਸਕਦੇ ਨੇ। ਸੋ ਜਦ ਤੱਕ ਦੇਖੋ ਇਲੈਕਸ਼ਨ ਦੇ ਵਿੱਚ ਕੋਈ ਵੀ ਪ੍ਰੈਡਿਕਸ਼ਨ ਇੱਕ ਕੈਂਡੀਡੇਟ ਟੂ ਕੈਂਡੀਡੇਟ ਫਾਈਟ ਤੋਂ ਬਾਅਦ ਵੀ ਤੈਅ ਹੁੰਦੀ ਹੈ, ਜਾਂ ਫਿਰ ਚੋਣਾਂ ਦੇ ਨੇੜੇ ਹਲੇ ਬਹੁਤ ਸੇ ਫੈਕਟਰ ਹਲੇ ਨੈਸ਼ਨਲ ਇਲੈਕਸ਼ਨ ਦੇ ਵਿੱਚ ਵੀ ਵੇਖਣੇ ਬਾਕੀ ਨੇ ਕਿ ਨੈਸ਼ਨਲ ਪੋਲਿਟਿਕਸ ਦੇ ਵਿੱਚ ਮਾਫ ਕਰਨਾ ਕਿ ਪੋਲਿਟਿਕਸ ਦੇ ਵਿੱਚ ਹੁੰਦਾ ਕੀ ਹੈ। ਆਉਣ ਵਾਲੇ ਕੁਝ ਮਹੀਨਿਆਂ ਦੇ ਦੌਰਾਨ ਕੀ ਨਵੇਂ ਨੈਰੇਟਿਵਸ ਆਉਂਦੇ ਨੇ, ਕੀ ਨਵੇਂ ਕਹਾਣੀਆਂ ਬਣੀਆਂ ਜਾਂਦੀਆਂ ਨੇ, ਕੀ ਬੀਜੇਪੀ ਕੰਸੋਲੀਡੇਟ ਹੋ ਕੇ ਅਕਾਲੀ ਦਲ ਨਾਲ ਜੁੜ ਕੇ ਇੱਕ ਅਲਾਇੰਸ ਲੈ ਕੇ ਪੰਜਾਬ ਚਾਹੁੰਦੀ ਹੈ। ਫਿਰ ਉਹਦਾ ਜਿਹੜਾ ਐਂਟੀ ਐਲੀਮੈਂਟ ਐਂਟੀ ਸੈਂਟੀਮੈਂਟ ਹੋਏਗਾ ਕਿ ਉਸ ਨੂੰ ਕੰਸੋਲੀਡੇਟ ਕੀਤਾ ਜਾ ਸਕਦਾ ਹੈ, ਤੇ ਉਸ ਨੂੰ ਕੰਸੋਲੀਡੇਟ ਕਰਨ ਲਈ ਕਿ ਆਪਸ ਦੀ ਸਮਝ ਦੀ ਵੀ ਲੋੜ ਪਏਗੀ, ਠੀਕ ਹੈ ਨਾ। ਕਾਂਗਰਸ ਕੋਲ ਕੈਂਡੀਡੇਟਸ ਹੈਗੇ ਨੇ, ਐਸਾ ਨਹੀਂ ਹੈ ਕਿ ਕਾਂਗਰਸ ਕੋਲ ਕੈਂਡੀਡੇਟ ਨਹੀਂ ਹੈਗੇ ਨੇ, ਐਂਡ ਮਤਲਬ ਦੋਵਾਂ ਕੋਲ ਮੈਨੂੰ ਲੱਗਦਾ ਵੀ 13 ਹਲਕੇ। ਆਮ ਆਦਮੀ ਪਾਰਟੀ ਲਈ ਇੱਕ ਚੈਲੰਜ ਹੈ, ਆਮ ਆਦਮੀ ਪਾਰਟੀ ਕੋਲ ਉਸ ਲੈਵਲ ਦੇ ਲੀਡਰ ਹਜੇ ਹੈ ਨਹੀਂ ਕਿ ਇੱਕ ਮੈਂਬਰ ਪਾਰਲੀਮੈਂਟ ਦੇ ਲੈਵਲ ਦੀ ਇਲੈਕਸ਼ਨ ਲੜੀ ਜਾ ਸਕੇ। ਇਹਨਾਂ ਦਾ ਜਿਹੜਾ ਜ਼ਿਆਦਾ ਹੋਲਡ ਹੈ, ਬੇਸ਼ੱਕ ਪੰਜਾਬ ਦੇ ਵਿੱਚ ਇਹਨਾਂ ਦੀ ਜਿੱਤ ਬੜੀ ਵੱਡੀ ਜਿੱਤ ਹੈ, ਬਟ ਜੇ ਤੁਸੀਂ ਕੈਂਡੀਡੇਟਸ ਦੀ ਗੱਲ ਕਰੋ, ਜਲੰਧਰ ਦਾ ਹੁਣ ਬਾਈ ਇਲੈਕਸ਼ਨ ਹੋਇਆ ਸੀ, ਜਲੰਧਰ ਦਾ ਬਾਈ ਇਲੈਕਸ਼ਨ ਲਈ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ। ਲਾਸਟ ਮਿੰਟ ਤੇ ਇਹਨਾਂ ਨੇ ਕਾਂਗਰਸ ਦਾ ਜਿਹੜਾ, ਤੁਸੀਂ ਕੰਟਰਡਿਕਸ਼ਨ ਦੇਖੋ ਕੀ ਹੈ, ਕਾਂਗਰਸ ਦਾ ਜਿਹੜਾ ਲੀਡਰ ਸੀ ਉਸ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾ ਕੇ ਉਸ ਨੂੰ ਇਲੈਕਸ਼ਨ ਲੜਵਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਆਪਣਾ ਪਹਿਲਾ ਮੈਂਬਰ ਪਾਰਲੀਮੈਂਟ ਆਫਟਰ ਭਗਵੰਤ ਮਾਨ ਵੈਕੇਟਡ ਦੇ ਸੈਂਡ ਹਿਮ ਟੂ ਦ ਲੋਕ ਸਭਾ, ਸੁਸ਼ੀਲ ਰਿੰਕੂ ਜਿਹੜੇ ਕਿ ਬਾਈ ਇਲੈਕਸ਼ਨ ਜਿੱਤਦੇ ਨੇ। ਸੋ ਇਹ ਐਡੀ ਵੱਡੀ ਕੰਟਰਡਿਕਸ਼ਨ ਹੈ ਕਿ ਤੁਸੀਂ ਕਾਂਗਰਸ ਦੇ ਵਿੱਚੋਂ ਪੋਚਿੰਗ ਕਰਕੇ ਲਿਆ ਕੇ ਕੈਂਡੀਡੇਟ ਉਮੀਦਵਾਰ ਖੜਾ ਕਰਕੇ ਉਹਨੂੰ ਐਮਪੀ ਬਣਾ ਕੇ ਖੜਾ ਕਰਤਾ, ਜਸਟ ਬਿਕੋਜ਼ ਯੂ ਹੈਡ ਦ ਗਵਰਨਮੈਂਟ। ਬਾਈ ਇਲੈਕਸ਼ਨ ਇਜ਼ ਅ ਡਿਫਰੈਂਟ ਗੇਮ ਆਲ ਟੂਗੇਦਰ, ਲੇਕਿਨ ਤੁਹਾਡੇ ਕੋਲ ਕੈਂਡੀਡੇਟ ਨਹੀਂ ਮਿਲ ਰਹੇ, ਹੈ ਨਾ। ਸੋ ਉਸ ਹਾਲਾਤ ਦੇ ਵਿੱਚ ਇਹ ਵੀ ਦੇਖਣਾ ਪੈਣਾ ਵੀ ਉਹ ਸਾਰੀ ਚੀਜ਼ਾਂ ਮੈਟਰ ਕਰਨਗੀਆਂ, ਬਿਕੋਜ਼ ਵੀਲ ਹੈਵ ਟੂ ਸਟਾਈਟਲੀ ਵੇਟ ਫॉर ਸਮ ਮੋਰ ਟਾਈਮ, ਮੇ ਬੀ 5-7 ਮਹੀਨੇ ਹੋਰ ਵੇਟ ਕਰਨੀ ਪਏਗੀ, ਬਿਕੋਜ਼ 5-7 ਮਹੀਨੇ ਤੋਂ ਪਹਿਲਾਂ ਕਿ ਇਲੈਕਸ਼ਨ ਦੇ ਬਿਲਕੁਲ ਨੇੜੇ ਜਾ ਕੇ ਮਾਹੌਲ ਦਾ ਪਤਾ ਲੱਗਦਾ ਹੈ। ਅਲਾਇੰਸਿਸ ਜਦ ਤੱਕ ਤੁਹਾਡੇ ਤੇ ਤੁਹਾਡੇ ਵਿਰੋਧੀਆਂ ਦੇ ਸੈੱਟ ਨਹੀਂ ਹੋ ਜਾਂਦੇ ਤਦ ਤੱਕ ਤੁਸੀਂ ਇਹ ਕਹਿਣਾ ਕਿ ਲੇਕਿਨ ਹਜੇ ਤੱਕ ਦੀ ਸਥਿਤੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਨੂੰ ਤਾਂ ਮੈਨੂੰ ਲੱਗਦਾ ਹੈ 13 ਸੀਟਾਂ ਉੱਤੇ ਓਡੇ ਵੱਡੇ ਚਿਹਰੇ, ਕਿਉਂਕਿ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਇੱਕ ਮੇਜਰ ਇਲੈਕਸ਼ਨ ਹੁੰਦਾ ਹੈ, ਰਫਲੀ ਪੰਜਾਬ ਦੇ 9 ਹਲਕੇ ਆਉਂਦੇ ਨੇ ਉਹਦੇ ਵਿੱਚ, ਸੋ 9 ਕੰਸਟੀਚੁਐਂਸੀਜ਼, ਐਂਡ ਇਟਸ ਯੂ ਨੀਡ ਲਾਰਜਰ ਦੈਨ ਲਾਈਫ ਕਾਈਂਡ ਆਫ ਲੀਡਰਸ ਜਿਹੜੇ ਕਿ ਵਾਕਈ ਮੈਂਬਰ ਪਾਰਲੀਮੈਂਟ ਬਣਨ ਦੇ ਯੋਗ ਹੋਣ। ਸੋ ਵਨ ਹੈਜ਼ ਟੂ ਸੀ ਕਿ ਕਿੱਥੇ ਖੜਦੇ ਨੇ। ਕਾਂਗਰਸ ਔਨ ਦ ਕੰਟਰਰੀ ਦੇ ਹੈਵ ਗॉट ਦ ਫੇਸਿਸ ਇਨ ਪੰਜਾਬ, ਉਹਨਾਂ ਕੋਲ ਚਿਹਰੇ ਹੈਗੇ ਨੇ ਤਾਂ ਕਿ ਐਟਲੀਸਟ ਉਹ ਚਿਹਰੇ ਦੇ ਕੈਨ ਪੁੱਟ them up, ਡਿਸਪਾਈਟ ਦ ਫੈਕਟ ਕਿ ਉਹਨਾਂ ਦੇ ਵਿੱਚ ਵੀ ਕੰਟਰਡਿਕਸ਼ਨ ਬਹੁਤ ਹੈ। ਐਨੀ ਲੀਡਰਸ਼ਿਪ ਉਹਨਾਂ ਦੀ ਬੀਜੇਪੀ ਸ਼ਾਮਲ ਹੋ ਚੁੱਕੀ ਹੈ, ਲੇਕਿਨ ਬੀਜੇਪੀ ਦੀ ਡਿਸਐਡਵਾਂਟੇਜ ਇਹੀ ਮੈਨੂੰ ਲੱਗਦਾ ਸਭ ਤੋਂ ਵੱਡੀ ਹੋ ਰਹੀ ਹੈ ਕਿਉਂਕਿ ਉਹਨਾਂ ਕੋਲ ਆਪਣੇ ਲੀਡਰ ਨਹੀਂ ਹੈ। ਸਿਰਫ ਲੀਡਰਸ਼ਿਪ ਬੀਜੇਪੀ ਨੇ ਕਾਂਗਰਸ ਦੇ ਲੀਡਰ ਚੱਕ ਲਏ, ਆਮ ਆਦਮੀ ਪਾਰਟੀ ਕਾਂਗਰਸ ਦੇ ਲੀਡਰ ਲੈ ਰਹੀ ਹੈ। ਸੋ ਕਾਂਗਰਸ ਦਾ ਜਿਹੜਾ ਥੋੜਾ ਬਹੁਤ ਲਾਸ ਹੋਇਆ ਹੈ ਉੱਧਰੋਂ ਹੋਇਆ ਵੀ, ਥੋੜੇ ਉੱਧਰ ਚਲੇ ਗਏ ਥੋੜੇ ਉੱਧਰ ਚਲੇ ਗਏ, ਲੇਕਿਨ ਕੱਲ ਨੂੰ ਉਹੀ ਚਿਹਰੇ ਕੋਈ ਬੀਜੇਪੀ ਦਾ ਕੈਂਡੀਡੇਟ ਬਣ ਕੇ ਤੇ ਕੋਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਬਣ ਕੇ ਜੇ ਸਾਹਮਣੇ ਆ ਜਾਏ ਤਾਂ ਲੋਕ ਉਸ ਨੂੰ ਕਿਵੇਂ ਲੈਣਗੇ। ਸੋ ਥੀਸ ਆਰ ਦ ਫੈਕਟਰਸ ਵਿਚ ਵੀ ਹੈਵ ਟੂ ਬੀ ਵੇਡ ਇਨ। ਉਸ ਵਕਤ ਤੇ ਕੀ ਇਸ਼ੂਜ਼ ਤੇ ਹਵਾ ਚੱਲਦੀ ਹੈ, ਕੀ ਨੈਸ਼ਨਲ ਕੋਈ ਬਾਲਾਕੋਟ ਵਰਗਾ ਕੁਛ ਕੋਈ ਮਤਲਬ ਜਿਵੇਂ ਹੁਣ ਜ਼ਿਕਰ ਕਰ ਹੀ ਦਿੱਤਾ ਨਾ, ਉਦੋਂ ਠਾਕਰੇ ਦਾ ਜਿਹੜਾ ਇੱਕ ਬਿਆਨ ਆਇਆ ਹੈ ਜਿਸ ਨੂੰ ਲੈ ਕੇ ਵਿਵਾਦ ਪੈ ਗਿਆ ਵੀ ਕੋਈ ਹੋਰ ਵੱਡਾ ਗੋਦਰਾ ਵਰਗਾ ਨਾ ਕੁਛ कोच है ना, जो कार सेवा के लिए जाएंगे राम मंदिर के टाइम पे कोई ऐसा कांड ना हो जाए, उन्होंने ਇਹੋ ਜਿਹੀ ਕੋਈ ਗੱਲ ਨਹੀਂ ਕਰਤੀ है। सो वो भी सब चीज़ें फैक्टर्स देखने पैने ने। हाँ वो बात तो है, लेकिन अगर चलिए मान लेते हैं, मैं हालांकि ये गेस वर्क है, लेकिन मैं क्योंकि पॉलिटिक्स बड़ी कॉम्प्लैक्स है। ऑफ कोर्स आई नो कि यू वांट या इवन ਜਿਹੜੇ ਲਿਸਨਰਸ ਨੇ ਉਹ ਵੀ ਕਲੀਅਰ ਪਿਕਚਰ ਚਾਹੁੰਦੇ ਨੇ, ਲੇਕਿਨ ਕਲੀਅਰ ਪਿਕਚਰ ਅਸੀਂ ਦੇ ਤਾਂ ਸਕਦੇ ਨੇ ਜੇ ਸਾਡੇ ਕੋਲ ਆਪਣੇ ਕੋਲ ਕਲੀਅਰ ਪਿਕਚਰ ਹੋਵੇ। ਅਸੀਂ ਤਾਂ ਫੈਕਟਰਸ ਨੂੰ ਹੀ ਵੇਇਨ ਕਰ ਸਕਦੇ ਹਾਂ। सो दैट्स व्हाट वी नहीं वो आप फैक्टर्स देखिए, अगर आप बिल्कुल बोलें। मैं ये जानना चाह रहा था कि जैसे फ़र्ज़ कीजिए अलायंस हो जाता है, अब जैसे सनी देओल को लेकर के लोग नाराज़ हैं, उन्होंने खुद भी शायद कह दिया कि हम नहीं लड़ेंगे, किरण खेर जैसे लोग फॉर इंस्टेंस। अब वहाँ पे आपको क्या लग रहा है कि सिर्फ शक्ल मैटर करती है, लेकिन क्या अगर अलायंस हो गया तो फिर आपका कोई राइवल नहीं है, सिर्फ अकाली दल का ही होगा, या फिर अगर बीजेपी के साथ अलायंस में हो जाते हैं उन्हीं के कैंडिडेट्स हो गए, तो फिर क्या सिचुएशन आपको बेटर दिख रहा है? चलिए अगर हम मान लें कि कांग्रेस का नुकसान होगा, आम आदमी पार्टी का फायदा होगा, लेकिन अगर यूनाइट हो गए तो क्या आपको लग रहा है कि 13 सीटों पे फायदा होगा? कितने सीटों पे फायदा होगा? मैं बस एक रफ एस्टिमेट में नहीं, ये तो डिपेंड करता सीट टू सीट कैंडिडेट टू कैंडिडेट भी मैटर करता, लेकिन ये सारी सीटां ते एडवांटेज ही होएगी जे तुसीं उस तरीके दे नाल देखो। एक एडवांटेज तो हो ही जाती है बशर्ते तुहाडे सामने देखो लाइन्स आर क्लीयरली ड्रॉन, लाइन्स हैव टू बी क्लीयरली ड्रॉन, ठीक है ना। ओपोजिशन ने प्रचार करना भी देखो, एक दूसरे के खिलाफ भ्रष्टाचार के केस एक दूसरे को भ्रष्ट कह रहे सी, करप्ट कह रहे सी, ते आम आदमी पार्टी का इत्थे जिहड़ा गार्ड है वो नीचे चला जाता है। सो दे हैव लेट देयर होल पूरी दी पूरी करप्शन की जिहड़ी कैंपेन, होर तां आम आदमी पार्टी ने कितना कुछ किया तो पता नहीं, लेकिन एक चीज़ तो उन्होंने की है कि जाके परचे रजिस्टर किए ने करप्शन के केसां दे विच मिनिस्टर्स नूं, कांग्रेस के मिनिस्टर्स नूं ज़्यादा अंदर किया, सब नूं कांग्रेस ने किया है, राइट। सो उहदे नाल ही तुसीं हत्थ मिला के खड़े हो गए। सो हुण उस चीज़ नूं हाउ विल इट टर्न आउट?
यहाँ पे एक एग्जांपल वैसे है जो इंडिया ਅਲਾਈਅੰਸ ਮਤਲਬ ਇੱਕ ਤਾਂ ਹੁੰਦਾ ਨਾ ਵੀ ਪੋਲੀਟੀਕਲੀ ਵੀ ਠੀਕ ਹੈ, ਹੋਰ ਸਾਡੇ ਕੋਲ ਆਪਸ਼ਨ ਨਹੀਂ, ਅਸੀਂ ਇਕੱਠੇ ਹੋਣਾ ਹੈ, ਇਕੁਏਸ਼ਨ ਕੀ ਕਹਿ ਰਹੀ ਹੈ, ਲੇਕਿਨ दूसरा कि हाउ विल यू फेस द पब्लिक, दैट इज अनदर पॉइंट। जैसे महाराष्ट्र में शिवसेना के साथ इन लोगों का अलायंस हो गया, शिवसेना जो बहुत मतलब शुरू से ही बीजेपी का अलाय रहा है, उनके साथ इन लोगों ने महाविकास अघाड़ी करके जो है अलायंस करके गवर्नमेंट चला लिया 2.5 साल, और वो गवर्नमेंट अच्छा चला, ऐसा नहीं है कि उसमें कोई हिकअप्स आए, वो बाय एंड लार्ज सारे लोग इकट्ठे थे। और शिवसेना में भी हमने एक तब्दीली देखी कि वो भी बहुत सेकुलर चीज़ें बोलने लगे बिकॉज उनका अलायंस का वो दबाव था। आज शिवसेना जो उद्धव ठाकरे फैक्शन है वो इस अलायंस का हिस्सा है, जैसा आपने उनका स्टेटमेंट बताया उन्होंने दिया है। तो यहाँ पे एक सक्सेसफुल एग्जाम्पल है कि एकदम आइडियोलॉजिकली ऑपोजिट दो पार्टीज इकट्ठे आके मिल गए, उनका कार्डर भी आके मिल गया इकट्ठे, है ना। तो क्या ये पंजाब में नहीं हो सकता है? देखो राजनीति च की नहीं हो सकता, होने को तो हो सकता है, मैं फिर लेकिन नहीं कह रहा कि मैं तो कह रहा भी ਤੁਸੀਂ ਫਿਰ ਹਾਊ ਵਿਲ ਯੂ ਫੇਸ ਦ ਪਬਲਿਕ। ਇੱਕ ਤਾਂ ਹੁੰਦਾ ਨਹੀਂ ਥੋੜੀ ਪੁਰਾਣੀ ਗੱਲ ਹੋ ਗਈ, ਯੂ نو ਅਲਾਈਅੰਸ ਟੁੱਟੇ ਨੂੰ ਕਈ ਸਾਲ ਹੋ ਗਏ ਹੋਏ, ਯੂ نو ਥਿੰਗਸ ਆਰ ਫਿਊ ਇਅਰਸ ਯੂ نو 올ਡ। ਇੱਕ ਹੈ ਵੀ ਤੁਸੀਂ ਹੁਣ ਘੋੜੇ ਤੇ ਚੜੇ ਹੋਏ ਹੋ ਤੇ ਅਚਾਨਕ ਤੁਹਾਨੂੰ ਘੋੜਾ ਬਦਲਣਾ ਪੈ ਜਾਵੇ ਤੇ ਲੋਕ ਤੁਹਾਡੇ ਸਾਹਮਣੇ ਦੇਖ ਰਹੇ ਨੇ ਤੁਹਾਨੂੰ, ਐਂਡ ਪੀਪਲ ਹੈਵ देयर ਓਨ ਲੈਵਲ ਆਫ ਐਕਸਪੈਕਟੇਸ਼ਨ, ਉਹ ਤੁਹਾਨੂੰ ਦੇਖ ਰਹੇ ਨੇ ਵੀ ਆਹ ਤਾਂ ਚਲੋ ਕਰਪਸ਼ਨ ਦੇ ਕੇਸ ਸੀ, ਮੰਤਰੀ ਨੂੰ ਅੰਦਰ ਕਰ ਰਹੇ ਸੀ, ਸੋ ਹੁਣ ਤੁਸੀਂ ਵਾਟ ਵਿਲ ਬੀ ਯੋਰ ਸਟੈਂਸ ਔਨ ਦੈਟ। ਸੋ ਉਹ ਜੇ ਇਸ਼ੂਜ਼ ਨੂੰ ਆਪਾਂ ਜੇ ਮੁੱਦਿਆਂ ਦੀ, ਸਿਧਾਂਤਾਂ ਦੀ ਰਾਜਨੀਤੀ, ਕੋਈ ਰਾਜਨੀਤੀ ਹੈ ਤਾਂ ਫਿਰ ਇਹਦਾ ਨੁਕਸਾਨ ਹੀ ਨੁਕਸਾਨ ਹੈ। ਤੇ ਜੇ ਆਪਾਂ ਕਹਿੰਦੇ ਵੀ ਮੁੱਦੇ ਗੌਣ ਹੈ, ਜਿਵੇਂ ਇਲੈਕਸ਼ਨ 'ਚ ਕਹਿੰਦਾ ਮੁੱਦੇ ਗੌਣ ਹੈ ਜੀ, ਛੱਡੋ ਪੁਲਿਸ ਇਲੈਕਟੋਰਲ ਅਲਾਈਅੰਸ ਤੇ ਮੁੱਦਾ ਇੱਕ ਹੀ ਵੀ ਨਰਿੰਦਰ ਮੋਦੀ ਨੂੰ ਕੁਰਸੀ ਤੋਂ ਲਾਣਾ ਬਸ। ਜੇ ਇਹ ਮੁੱਦਾ ਹੈ ਦੈਨ ਯੈਸ, ਫਿਰ ਤਾਂ ਸਭ ਚੀਜ਼ਾਂ ਮਾਫ ਨੇ, ਫਿਰ ਤਾਂ ਫਿਰ ਮਾਫ ਲੋਕ ਭੁੱਲ ਸਕਦੇ ਨੇ। ਦੈਨ ਦੈਟ ਕਾਈਂਡ ਆਫ ਐਮਨੇਜ਼ੀਆ ਉਸ ਲੋਕ ਸਭਾ ਦੇ ਇਲੈਕਸ਼ਨ ਤੋਂ ਬਾਅਦ ਫਿਰ ਤੋੜ ਦੇਣ, ਫਿਰ ਪਰਚੇ ਦਰਜ ਕਰਨੇ ਸ਼ੁਰੂ ਕਰ ਦੇਣ, ਕਿਉਂ ਫਿਰ ਉਹ ਰਾਜਨੀਤੀ ਤਾਂ ਫਿਰ ਉਹ ਸਿਧਾਂਤਾਂ ਤੋਂ ਵਿਹੀਨ ਰਾਜਨੀਤੀ ਹੋ ਗਈ, ਮੁੱਦਿਆਂ ਤੋਂ ਫਿਰ ਮੁੱਦਿਆਂ ਦੀ ਗੱਲ ਨਾ ਕਰਨਗੇ, ਫਿਰ ਤਾਂ ਇਸ ਵਨ ਫਿਰ ਦੇਸ਼ ਦਾ ਫਿਰ ਉਹੀ ਤਾਂ ਹੈ ਨਾ। ਤੇ ਜੇ ਤੁਸੀਂ ਕਹੋਗੇ ਸੀ ਸਾਡਾ ਸਿਰਫ ਮੁੱਦਾ ਮੋਦੀ, ਨਰਿੰਦਰ ਮੋਦੀ ਨੂੰ ਜਾਂ ਬੀਜੇਪੀ ਨੂੰ ਪਾਵਰ ਤੋਂ ਬਾਹਰ ਕੱਢਣਾ ਹੈ, ਫਿਰ ਉਹ ਜੇ ਧਰਮ ਦੀ ਰਾਜਨੀਤੀ ਕਰਦੇ ਨੇ ਉਹਦੇ 'ਚ ਕੀ ਮਾੜਾ ਹੈ, ਫਿਰ ਉਹਨਾਂ ਕੋਲ ਆਪਣਾ ਇਸ਼ੂ ਹੈਗਾ। ਸੋ ਫਿਰ ਤਾਂ ਉਸ ਇਹ ਫਿਰ ਦੇਸ਼ ਦੀ ਰਾਜਨੀਤੀ ਉਹੀ ਹੋ ਗਈ ਨਾ ਵੀ ਤੁਸੀਂ ਨਾ ਡਿਵੈਲਪਮੈਂਟ ਦੀ ਗੱਲ ਕਰਨੀ, ਨਾ ਤੁਸੀਂ ਕਰਪਸ਼ਨ ਦੀ ਗੱਲ ਕਰਨੀ, ਨਾ ਤੁਸੀਂ ਸਿਸਟਮ ਨੂੰ ਸੁਧਾਰਨ ਦੀ ਗੱਲ ਕਰਨੀ, ਤੁਸੀਂ ਲੋਕਾਂ ਦੇ ਵਿੱਚ ਚੰਗੇ ਜਿਹੜੇ ਐਥਿਕਸ ਹੈਗੇ ਨੇ, ਚੰਗੇ ਵੈਲਿਊਜ਼, ਉਹ ਸਿਸਟਮ ਦੀ ਤਾਂ ਪੋਲਿਟਿਕਸ ਨਹੀਂ ਹੈਗੀ। ਸੋ ਪੋਲਿਟਿਕਸ ਇਜ਼ ਆਲ ਅਬਾਊਟ ਗੇਨਿੰਗ ਪਾਵਰ, ਕਮਿੰਗ ਟੂ ਪਾਵਰ ਐਂਡ you know stopping some other party or a leader to get into the power। so ਉਹੀ ਰਾਜਨੀਤੀ ਹੈ, ਫਿਰ ਤਾਂ ਸਭ everything is acceptable ਹੋ ਤਾਂ ਸਕਦਾ ਹੈ। I'm saying ਕਿ ਪੋਲਿਟਿਕਸ ਦੇ ਵਿੱਚ ਕੀ ਨਹੀਂ ਹੋ ਸਕਦਾ, क्या नहीं हो सकता, बिल्कुल ਠੀਕ ਹੈ ਨਾ। ਉਹ ਤਾਂ ਹੁਣ ਹੋਇਆ ਹੀ ਹੈ ਨਾ, ਕਾਂਗਰਸ ਦੇ ਲੀਡਰ ਇਸ ਵਕਤ ਬੀਜੇਪੀ 'ਚ ਜਾ ਚੁੱਕੇ ਨੇ, ਤੇ ਮਤਲਬ ਕਾਂਗਰਸ ਦੇ ਲੀਡਰ 15 ਦਿਨ ਦੇ ਵਿੱਚ ਜਾਂ 20 ਦਿਨ ਦੇ ਵਿੱਚ ਇੱਕ ਕਾਂਗਰਸ ਦਾ ਬੈਠਿਆ ਹੋਇਆ ਲੀਡਰ ਆਮ ਆਦਮੀ ਪਾਰਟੀ ਦਾ MP ਬਣ ਕੇ ਜੇ ਲੋਕ ਸਭਾ 'ਚ ਪਹੁੰਚ ਸਕਦਾ ਹੈ 20 ਦਿਨਾਂ ਦੇ ਵਿੱਚ, ਫਿਰ ਕੀ ਨਹੀਂ ਹੋ ਸਕਦਾ। एवरीथिंग इज पॉसिबल एंड ये तो पॉलिटिक्स है। नहीं, मुझे पंजाब में एक चीज़ सरप्राइजिंग ये भी लगता है कि जब नरेंद्र मोदी की वेव थी, एक हवा थी 2014 में, तब भी अरुण जेटली अमृतसर में हार गए थे। बिल्कुल नहीं, तो वहाँ पे भी जैसे पंजाब ने ऐसा वर्डिक्ट आमतौर पे हमने पिछले कई इलेक्शंस में ऐसा देखा है कि बहुत पूरे देश में हो सकती है उनकी वेव हो, लेकिन फिर बाय एंड लार्ज डायरेक्टली बीजेपी को वो सपोर्ट शायद नहीं करते हैं। लेकिन क्या इसका मतलब ये है कि आम आदमी पार्टी और कांग्रेस इकट्ठे हो जाए तो सपोर्ट करेंगे? मतलब अगर हम सिर्फ एल्गोरिथम, बीजेपी ने अपना भी तो काम किया है ना, बीजेपी ने भी बहुत लीडरशिप इधर उधरों इकट्ठी की है, सिख चेहरिਆਂ ਦੀ ਤਲਾਸ਼ ਉਹਨਾਂ ਦੀ ਆਪਣੀ ਲੀਡਰਸ਼ਿਪ ਹੈ, ਉਹ ਵੀ ਤਾਂ ਆਪਣਾ ਕੰਮ ਕਰ ਰਹੇ ਨੇ ਨਾ ਗਰਾਊਂਡ ਦੇ ਉੱਤੇ, ਉਹ ਕਿਹੜਾ ਚੁੱਪ ਕਰਕੇ ਬੈਠੇ ਨੇ ਨਾ, ਉਹ ਵੀ ਸਾਇਲੈਂਟਲੀ ਬੈਠੇ, ਦੇ ਹੈਵ ਵਰਕਡ, ਦੇ ਹੈਵ ਗॉट देयर ਫੇਸਿਸ। ਹੁਣ ਅੱਜ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ ਵਰਗੇ ਵਟ ਵੀ ਕਾਲ ਸੋ ਕਾਲ ਹੈਵੀ ਵੇਟਸ ਜਿਹੜੇ ਹੈਗੇ ਨੇ, ਉਹ ਬੀਜੇਪੀ ਦੇ ਖੇਮੇ 'ਚ ਹੈਗੇ ਨੇ। ਕਾਂਗਰਸ ਦੀ ਅੱਧੀ ਲੀਡਰਸ਼ਿਪ ਜਿਹੜੀ ਕਿ ਕਾਂਗਰਸ ਦੇ ਵਿੱਚ ਹੋਇਆ ਕਰਦੀ ਸੀ, ਅੱਜ ਬੀਜੇਪੀ ਵਿੱਚ ਹੈ। ਹਲੇ ਇਲੈਕਸ਼ਨ ਤੋਂ ਪਹਿਲਾਂ ਕਿਹਨੇ ਟੁੱਟ ਕੇ ਆਣਾ ਇਹ ਵੀ ਨਹੀਂ ਪਤਾ। देयर विल बी थिंग्स, ਈਵਨ ਅਕਾਲੀ ਦਲ ਨੂੰ ਖਤਰਾ ਪਿਆ ਹੋਇਆ ਵੀ ਇਹਨਾਂ ਦੇ ਵੀ ਲੀਡਰਸ਼ਿਪ ਨਾ ਟੁੱਟ ਕੇ ਚਲੀ ਜੇ, ਰਿਹਾ ਹੈ ਖਤਰਾ। ਸੋ ਵਿਲ ਬੀਜੇਪੀ ਯੂ ਨੋ ਹੈਜ਼ਰਡ ਯੂ ਨੋ ਚਾਂਸ ਬਾਈ ਗੋਇੰਗ ਆਲ ਔਨ देयर ਓਨ, ਜਾਂ ਫਿਰ ਉਹ ਕਹਿਣਗੇ ਕਿ ਆ ਜਾਓ ਅਕਾਲੀ ਦਲ ਦੇ ਇੱਕ ਨਵੇਂ ਫਾਰਮੂਲੇ, ਕਿਉਂਕਿ ਅਜੇ ਤੱਕ ਸਿਰਫ ਉਹਨਾਂ ਨੂੰ 3 ਸੀਟਾਂ ਦਿੱਤੀਆਂ ਜਾਂਦੀਆਂ ਸੀ 13 ਦੇ ਵਿੱਚੋਂ, 3 ਦੇ ਉੱਤੇ ਉਹਨਾਂ ਦੇ ਇਲੈਕਸ਼ਨ ਜਿਹੜੇ ਸੀ ਉਹ ਲੜੇ ਜਾਂਦੇ ਸੀਗੇ, ਕੈਂਡੀਡੇਟਸ ਲੜਦੇ ਸੀਗੇ। ਲੇਕਿਨ ਹੁਣ ਮੇਬੀ ਵਿਦ ਦ ਪੈਸੇਜ ਆਫ ਟਾਈਮ ਦੇ ਮੇ ਬੀ ਇਨ ਅ ਪੋਜੀਸ਼ਨ ਕਿ 50-50 ਦੀ ਬਾਰਗੇਨ ਕਰ ਲੈਣ। ਸੋ ਉਹ ਤਾਂ ਮਤਲਬ ਬੀਜੇਪੀ ਇਜ਼ ਆਲਸੋ ਵਰਕਿੰਗ, ਐਸਾ ਨਹੀਂ ਹੈ ਕਿ ਹੋਰ ਪਾਰਟੀਆਂ ਕੰਮ ਨਹੀਂ ਕਰ ਰਹੀਆਂ, ਬੀਜੇਪੀ ਨੇ ਕੰਮ ਕੀਤਾ ਹੈ। ਪੰਜਾਬ ਦੇ ਜੋ ਅੱਜ ਦੇ ਮੌਜੂਦਾ ਹਾਲਾਤ ਨੇ, ਪੰਜਾਬ ਦੇ ਵਿੱਚ ਤਾਂ ਗਲੀ ਗਲੀ 'ਚ ਇਹ ਵੀ ਚਰਚਾ ਹੋ ਰਹੀ ਹੈ ਕਿ ਹੁਣ ਤਾਂ ਇਸ ਵਕਤ ਜੇ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ ਹੈ, ਇਹ ਪੰਜਾਬ ਦੇ ਵਿੱਚ ਹੋਰ ਬਹੁਤ ਚੈਲੰਜਸ ਨੇ, ਉਸ ਤੋਂ ਬਚਣ ਲਈ, ਉਸ ਤੋਂ ਬਚਾਉਣ ਲਈ ਪੰਜਾਬ ਨੂੰ ਸਟਰੋਂਗ ਲੀਡਰਸ਼ਿਪ ਬੀਜੇਪੀ ਵਰਗੀ ਚਾਹੀਦੀ ਹੈ। ਇਹ ਵੀ ਆਰਗੂਮੈਂਟ ਚੱਲ ਪਿਆ।
ਜਦ ਕਿ ਹਲੇ ਲੋਕਾਂ ਨੇ ਦੇਖਿਆ ਨਹੀਂ ਬੀਜੇਪੀ ਨੇ ਕੀ ਕੀਤਾ ਕਦੇ। ਬੀਜੇਪੀ ਹੈਜ਼ ਨੈਵਰ ਬੀਨ ਇਨ ਪਾਵਰ, ਈਵਨ ਉਹਨਾਂ ਕੋਲ ਆਪਣਾ ਚਿਹਰਾ ਤੱਕ ਨਹੀਂ ਹੈ। ਉਹਨਾਂ ਨੂੰ ਆਪਣਾ ਪ੍ਰਧਾਨ ਤੱਕ ਕਾਂਗਰਸ ਦਾ ਲਗਾਉਣਾ ਪਿਆ। ਕਾਂਗਰਸ ਦਾ ਜਿਹੜਾ ਪ੍ਰਧਾਨ ਅੱਜ ਤੋਂ 2 ਸਾਲ 1.5 ਸਾਲ ਪਹਿਲਾਂ ਸੀ, ਉਹ ਅੱਜ ਬੀਜੇਪੀ ਦਾ ਪ੍ਰਧਾਨ ਹੈ। ਸੁਨੀਲ ਜਾਖੜ ਦੀ ਮੈਂ ਗੱਲ ਕਰਦਾ ਪਿਆ। ਉਹਨਾਂ ਦਾ ਫਰੰਟ ਚਿਹਰਿਆਂ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਆਉਂਦੇ ਨੇ, ਹੋਰ ਬਹੁਤ ਲੋਕ ਆਉਂਦੇ ਨੇ। ਸੋ ਬੀਜੇਪੀ ਕੋਲ ਲੀਡਰਸ਼ਿਪ ਤਾਂ ਆਪਣੀ ਲੈਵਲ ਦੀ ਸੀ ਨਹੀਂ, ਬਟ ਨੈਵਰਦਲੈਸ ਲੋਕਾਂ ਦੀ ਆਸ ਹੈ ਬਿਕੋਜ਼ ਕਾਂਗਰਸ ਨੇ ਕੁਝ ਦਿੱਤਾ ਨਹੀਂ। ਆਮ ਆਦਮੀ ਪਾਰਟੀ ਹਜੇ ਉਨਾ ਕੁਝ ਨਹੀਂ ਜਲਵਾ ਦਿਖਾ ਪਾਈ ਜਿੰਨਾ ਕਿ ਸ਼ਾਇਦ ਉਹ ਦਿਖਾ ਸਕਦੀ ਸੀ, ਉਹਨੂੰ ਦਿਖਾਉਣਾ ਚਾਹੀਦਾ ਸੀ, ਵਟਐਵਰ ਇਟ ਵਾਸ। ਲੇਕਿਨ ਲੋਕ ਫਿਰ ਵੀ ਇੱਕ ਇਮੋਸ਼ਨਲ ਜੀ ਗੱਲ ਚੱਲਦੀ ਪਈ ਹੈ ਕਿ ਨਹੀਂ ਜੀ ਨਹੀਂ, ये जो हालात ने इन्हों तो बीजेपी सेट कर सकती है। सो यू नेवर नो। तो क्या ये हिंदू वोट सो कॉल्ड, क्या ये काम कर सकता है पंजाब में? क्योंकि बीजेपी शायद यही करने वाली है। सुनील जाखड़ को जैसे उन लोगों ने बोला कि भाई हिंदू है इसीलिए चीफ मिनिस्टर नहीं बन पाए कांग्रेस के, तो उनको इधर शामिल कर दिया। तो क्या आपको लगता है, क्योंकि आप ज़मीनी हकीकत से वाकिफ, मैनू लगता नहीं है पर्सनली स्पीकिंग पंजाब की राजनीति कभी भी धर्म ते उत्ते आधारित तो रही है, लेकिन उस दे विच कदे भी आ जिहड़ी चीज़ है ना हजे तक वर्क नहीं कीती है। बट बीजेपी जिस ਜਿਹੜੀ ਕੋਸ਼ਿਸ਼ ਕਰ ਰਹੀ ਹੈ ਇਸ ਵਾਰ ਕਾਮਯਾਬ ਹੋਏਗੀ ਨਹੀਂ ਹੋਏਗੀ, ਇਟ ਇਜ਼ ਵੈਰੀ ਡਿਫਿਕਲਟ। ਲੇਕਿਨ ਪੰਜਾਬ ਦੇ ਵਿੱਚ ਧਰਮ ਦੇ ਉੱਤੇ ਜਿਹੜੀ ਵੰਡ ਵਾਲੀ ਰਾਜਨੀਤੀ ਹੈ ਨਾ, ਉਸਨੇ ਹਜੇ ਤੱਕ ਵਰਕ ਕੀਤਾ ਨਹੀਂ ਹੈ। ਉਹ ਧਰੁਵੀਕਰਨ, ਪੋਲਰਾਈਜੇਸ਼ਨ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਿੰਦੂ ਸਿੱਖਾਂ ਦੇ ਬੇਸ ਉੱਤੇ ਕਦੇ ਨਹੀਂ ਹੋਇਆ। ਇੱਕ ਟੈਸਿਡ ਜਿਹੀ ਅੰਡਰਸਟੈਂਡਿੰਗ ਹੈ ਕਿ ਜਿਹੜਾ ਚਿਹਰਾ ਹੋਏਗਾ, ਮੁੱਖ ਮੰਤਰੀ ਹੋਏਗਾ, ਉਹ ਸਿੱਖ ਹੋਏਗਾ। ਲੇਕਿਨ ਹਿੰਦੂ ਲੀਡਰਸ਼ਿਪ ਵੀ ਮਜ਼ਬੂਤ ਰਹੀ ਹੈ ਜਿਹੜੀ ਪਾਰਟੀ ਲਈ ਕਰਦੇ ਰਹੇ ਨੇ। ਸੋ ਉਸ ਪੁਆਇੰਟ ਆਫ ਵਿਊ ਨਾਲ ਧਰਮ ਦੇ ਉੱਤੇ ਪੰਜਾਬ ਦੇ ਵਿੱਚ ਵੰਡ ਨਹੀਂ ਹਜੇ ਤੱਕ ਹੋਈ, ਜਿਵੇਂ ਜ਼ਾਤ ਬਰਾਦਰੀ ਦੇ ਉੱਤੇ ਹਰਿਆਣੇ 'ਚ ਹੋ ਗਈ। ਸੋ ਪੰਜਾਬ ਦੇ ਵਿੱਚ ਹਜੇ ਤੱਕ ਉਹ ਚੀਜ਼ ਹੋਈ ਨਹੀਂ ਹੈ। ਐਂਡ ਲੈਟ ਅਸ ਸੀ ਕਿ ਇਸ ਵਾਰ ਜੋ ਬੀਜੇਪੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਸ਼ਾਇਦ ਬੀਜੇਪੀ ਨੂੰ ਵੀ ਅੰਦਰ ਤੋਂ ਇਸ ਚੀਜ਼ ਦੀ ਸਮਝ ਹੈ ਕਿ ਪੰਜਾਬ ਦੇ ਵਿੱਚ ਇਹ ਫਾਰਮੂਲਾ ਐਡਾ ਕਾਮਯਾਬ ਕਾਰਗਰ ਨਹੀਂ ਹੋ ਸਕਦਾ। ਕਰਨ ਦੀ ਕੋਸ਼ਿਸ਼ ਕਰਨਗੇ, ਇਸ ਦੇ ਬਾਵਜੂਦ ਜਾਂ ਨਹੀਂ ਕਰਨਗੇ, ਦੈਟਸ ਅ ਸੈਪਰੇਟ ਇਸ਼ੂ। ਬਟ ਮੈਨੂੰ ਨਹੀਂ ਲੱਗਦਾ ਉਹ ਕੋਸ਼ਿਸ਼ ਕਰਨਗੇ ਬਿਕੋਜ਼ ਦੇ ਨੋ ਦੈਟ ਨੇਚਰ ਆਫ ਦ ਪੰਜਾਬ ਇਲੈਕਟੋਰੇਟ ਇਜ਼ ਸੱਚ ਕਿ ਉਹ ਇਸ ਤਰੀਕੇ ਤੇ ਵੰਡੀ ਨਹੀਂ ਜਾਏਗੀ। ਤੇ ਉਹ ਅਗੇਂਸਟ ਪੰਜਾਬ ਦੀ ਨੇਚਰ ਜਾਣਾ ਹੋਏਗਾ ਜੇ ਤੁਸੀਂ ਇਸ ਤਰੀਕੇ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੋਗੇ। ਦੈਟਸ ਵਾਟ ਆਈ ਅੰਡਰਸਟੈਂਡ। ਬੀਜੇਪੀ ਨੂੰ ਵੀ ਇਹ ਸਬਕ ਆ ਚੁੱਕਾ ਹੈ, ਇਹ ਮਾਈਂਡ ਦੇ ਵਿੱਚ ਰਿਹਾ ਹੋਏਗਾ ਕਿ ਪੋਲਰਾਈਜੇਸ਼ਨ ਕਰੀਏ, ਸਭ ਗੱਲਾਂ ਬਾਤਾਂ ਕਰੀਏ। ਬਟ ਮੈਨੂੰ ਲੱਗਦਾ ਕਿ ਫਾਈਨਲੀ ਐਟ ਦ ਐਂਡ ਆਫ ਦ ਡੇ ਕੋਈ ਪੋਲੀਟੀਕਲ ਪਾਰਟੀ ਵੀ ਜੇ ਉਹਨੂੰ ਲੱਗ ਰਿਹਾ ਵੀ ਕੋਈ फार्मूला वर्क नहीं कर रहा, वो दे कांट स्टिक ऑन विद द रॉन्ग फार्मूला। तो फिलहाल शरद पवार के घर पे हो रही है मीटिंग इंडिया अलायंस की। केजरीवाल साहब जो है पंजाब का दौरा कर रहे हैं, वहाँ पे भी एक स्टेटमेंट आने की उम्मीद है। और बाद में 16-17 तारीख को जब CWC की मीटिंग होगी उसके बाद शायद ये फार्मूला हमें मालूम चलेगा। कुछ 350 सीटों पे शायद ये अलायंस होगा। जब होगा हम तब भी बात करेंगे। आज की इस चर्चा में जुड़ने के लिए बहुत बहुत शुक्रिया आपका। शुक्रिया जी। आप सबका भी बहुत शुक्रिया हमारे साथ जुड़ने के लिए।